ਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ। ਗਹਿਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਸਗਲੀ ਧਰਤੀ ਮਾਲ ਧਨ, ਵਰਤਣ ਸਰਬ ਜੰਜਾਲ। ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ। ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਹਜ਼ੂਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਉਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਦੀ 5ਵੀਂ ਪੌੜੀ, ਔਰ ਇਸ ਪੌੜੀ ਨਾਲ ਜੋ ਪਹਿਲਾ ਸ਼ਲੋਕ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਸ਼ਲੋਕ ਦੇ ਅੰਦਰ ਜੋ ਰੱਬੀ ਰਾਸ ਹੈ, ਜੋ ਪਾਰ ਬ੍ਰਹਮ ਪਰਮੇਸ਼ਵਰ ਵੱਲੋਂ ਰਾਸ ਲੀਲਾ ਕੀਤੀ ਜਾ ਰਹੀ ਹੈ, ਉਸ ਸਰਬ ਵਿਆਪੀ ਰਾਸ ਦਾ ਜ਼ਿਕਰ ਕੀਤਾ। ਤੇ ਜੋ ਇਸ ਤੋਂ ਅਗਲੇਰਾ ਸ਼ਲੋਕ ਹੈ, ਉਸ ਵਿੱਚ ਗੁਰਦੇਵ ਨੇ ਭੇਖਧਾਰੀ, ਪਖੰਡੀ ਔਰ ਰਾਸ ਲੀਲਾ ਦੇ ਨਾਮ ਥੱਲੇ ਉਦਰ ਪੂਰਤੀ ਕਰਨ ਵਾਲੇ ਲੋਕਾਂ ਦਾ ਜ਼ਿਕਰ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸ ਵਿੱਚ ਰਾਸ ਦਾ ਜ਼ਿਕਰ ਕਰਦਿਆਂ ਗੋਪੀਆਂ ਦਾ, ਗਵਾਲਿਆਂ ਦਾ, ਕ੍ਰਿਸ਼ਨ ਜੀ ਦਾ, ਗਹਿਣਿਆਂ ਦਾ, ਸਭ ਕਾਸੇ ਦਾ ਜ਼ਿਕਰ ਕੀਤਾ ਹੈ। ਦਾਸ ਇੱਕ ਬੇਨਤੀ ਕਰ ਦੇਵੇ ਕਿ ਅਸਲ 'ਚ ਇੱਕ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੁੰਦਾ ਹੈ ਰਾਸ ਮੰਡਲ। ਰਾਸ ਮੰਡਲ ਸਤਿਗੁਰਾਂ ਨੇ ਬਚਨ ਵੀ ਕੀਤਾ ਹੈ, ਰਾਸ ਮੰਡਲ ਕੀਨੋ ਆਖਾਰਾ। ਅਸਲ 'ਚ ਰਾਸ ਮੰਡਲ ਦਾ ਅਰਥ ਹੁੰਦਾ ਹੈ ਕਿ ਗੋਲ ਦਾਇਰਾ। ਫਿਰ ਬੇਨਤੀ ਸੁਣਿਓ, ਰਾਸ ਦਾ ਅਰਥ ਗੁਰੂ ਗ੍ਰੰਥ ਸਾਹਿਬ 'ਚ ਪੂੰਜੀ ਵੀ ਹੈ, ਰਾਸ ਦਾ ਅਰਥ ਕਾਰਜ ਦੀ ਸਫਲਤਾ ਵੀ ਹੈ। ਪਰ ਇੱਥੇ ਜਿਹੜਾ ਸ਼ਬਦ ਦਾਸ ਵਰਤ ਰਿਹਾ ਹੈ, ਰਾਸ ਮੰਡਲ ਦਾ ਅੱਖਰੀ ਅਰਥ, ਸ਼ਾਬਦਿਕ ਅਰਥ ਹੈ ਗੋਲ। ਕੀ ਕਰਨਾ ਕਿ ਇੱਕ ਨੇ ਕਾਨ ਬਣ ਜਾਣਾ, ਕ੍ਰਿਸ਼ਨ ਬਣ ਜਾਣਾ, ਤੇ ਕੁਛ ਬੀਬੀਆਂ ਨੇ, ਔਰਤਾਂ ਨੇ ਗੋਪੀਆਂ ਬਣ ਜਾਣਾ। ਤੇ ਇਹ ਗੋਲ ਦਾਇਰੇ ਦੇ ਵਿੱਚ ਕ੍ਰਿਸ਼ਨ ਵਿਚਕਾਰ ਖਲੋਂਦਾ ਹੈ, ਤੇ ਉਹ ਬੀਬੀਆਂ, ਉਹ ਗੋਪੀਆਂ, ਉਹ ਗੋਪੇ ਗਵਾਲੇ ਜਿਹੜੇ ਨੇ ਸਖੇ, ਉਹ ਗੋਲ ਦਾਇਰੇ ਦੇ ਅੰਦਰ ਚੱਕਰ ਲਾਉਂਦੇ ਨੇ। ਤੇ ਨਾਲੇ ਉਹ ਕ੍ਰਿਸ਼ਨ ਜੀ ਦੀ ਸਿਫਤ ਦੇ, ਉਹਦੇ ਬਾਲ ਉਮਰ ਵੀ ਜਿਹੜੇ ਕੌਤਕ ਵਰਤੇ ਨੇ, ਉਹ ਸਾਂਗ ਰਚਾ ਰਚਾ ਕੇ ਉਹ ਗੀਤ ਗਾਉਂਦੇ ਨੇ। ਫਿਰ ਬੇਨਤੀ ਸੁਣਿਓ, ਕਿਉਂਕਿ ਇਸ ਸ਼ਬਦ ਨੂੰ ਸੁਣਾਂਗੇ ਤਾਂ ਸਮਝ ਪਏਗੀ ਵੀ ਘੜੀਆਂ ਸ਼ਬਦ ਕਿਉਂ ਵਰਤਿਆ, ਪਹਿਰ ਸ਼ਬਦ ਕਿਉਂ ਵਰਤਿਆ, ਪੌਣ ਪਾਣੀ ਬੈਸੰਤਰ ਸ਼ਬਦ ਕਿਉਂ ਵਰਤਿਆ। ਉਹ ਗੋਲ ਦਾਇਰੇ ਵਿੱਚ ਖੜੇ ਹੋ ਜਾਂਦੇ ਨੇ
ਅੱਜ ਵੀ ਰਾਸਧਾਰੀ ਇਸ ਤਰ੍ਹਾਂ ਕਰਦੇ ਨੇ ਕਿ ਕ੍ਰਿਸ਼ਨ ਦਾ ਭੇਖ ਬਣਾ ਕੇ ਵਿੱਚ ਕੋਈ ਖਲੋ ਜਾਂਦਾ ਹੈ, ਬਾਕੀ ਜਿਹੜੇ ਸਖੇ ਨੇ, ਜਿਹੜੀਆਂ ਸਖੀਆਂ ਨੇ, ਗੋਪੀਆਂ ਨੇ, ਉਹ ਗੋਲ ਦਾਇਰੇ ਦੇ ਅੰਦਰ ਚਾਰ ਚੁਫੇਰੇ ਨੱਚਦੇ ਨੇ ਤੇ ਨਾਲੇ ਪ੍ਰੇਮ ਵਿੱਚ ਮਗਨ ਹੋ ਕੇ ਉਹਦੇ ਗੀਤ ਗਾਉਂਦੇ ਨੇ। ਇਹ ਕੋਈ ਸਮਾਂ ਪ੍ਰਚਲਿਤ ਰਿਹਾ। ਮੈਂ ਇਸ ਸੰਬੰਧੀ ਨਹੀਂ ਬੇਨਤੀ ਕਰਨੀ, ਖਾਸ ਕਰਕੇ ਚੇਤੰਨਿਆ ਪ੍ਰਭੂ ਹਿੰਦੁਸਤਾਨ ਵਿੱਚ। ਮੈਂ ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ ਸਮਾਪਤੀ 'ਤੇ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਜਦੋਂ ਆਪਾਂ ਡੁੱਬਾਂਗੇ, ਸਾਨੂੰ ਬਹੁਤ ਕੁਝ ਉਹ ਗਿਆਨ ਪੜ੍ਹਨ ਨੂੰ, ਸੁਣਨ ਨੂੰ, ਵਿਚਾਰਨ ਨੂੰ ਮਿਲੇਗਾ ਜਿਹੜਾ ਅਸੀਂ ਸਵੈਕਨ ਰੋਜ਼ ਪੜ੍ਹੀ ਜਾਂਦੇ ਹਾਂ, ਪਰ ਖਿਮਾ ਕਰਿਓ ਉਹਦੇ ਗਹਿਰੇ ਅਰਥਾਂ ਦਾ ਸਾਨੂੰ ਪਤਾ ਨਹੀਂ। ਹੁਣ ਮੈਂ ਫਿਰ ਬੇਨਤੀ ਕਰਾਂਗਾ, ਇਹ ਕ੍ਰਿਸ਼ਨ ਲੀਲਾ ਖਾਸ ਕਰਕੇ ਵੱਲਭਚਾਰੀਆ, ਮਹਾਂ ਚੇਤੰਨਿਆ ਪ੍ਰਭੂ, ਇਹਨਾਂ ਲੋਕਾਂ ਨੇ ਸ਼ੁਰੂ ਕੀਤੀ। ਇਹਦਾ ਮਤਲਬ ਇਹ ਸੀ ਕਿ ਲੋਕਾਂ ਨੂੰ ਕ੍ਰਿਸ਼ਨ ਦੇ ਇਤਿਹਾਸ ਤੋਂ, ਉਸ ਦੀਆਂ ਲੀਲਾਵਾਂ ਤੋਂ, ਉਹਦੇ ਕੌਤਕਾਂ ਤੋਂ ਜਾਣੂ ਕਰਾਇਆ ਜਾਏ। ਪਰ ਸਮਾਂ ਆਇਆ ਕਿ ਇਹ ਕ੍ਰਿਸ਼ਨ ਲੀਲਾ, ਕ੍ਰਿਸ਼ਨ ਭਗਤ ਕਰਦੇ ਕਰਦੇ ਇੱਕ ਪ੍ਰੋਫੈਸ਼ਨ ਬਣ ਗਿਆ। ਦੇਖੋ, ਇਹ ਜੇ ਆਪਣੇ ਤੇ ਟੁਕਾ ਕੇ ਦੇਖਾਂਗੇ ਤੇ ਸਾਡੇ ਤੇ ਵੀ ਟੁਕੇਗਾ। ਸੱਚ ਜੇ ਕੀਰਤਨ ਇੱਕ ਰੱਬ ਦੀ ਭਗਤੀ ਹੈ, ਕੀਰਤਨ ਸੱਚੀ ਗੱਲ ਕੀਤਾ ਨਹੀਂ, ਕਥਾ ਇੱਕ ਪਰਮਾਤਮਾ ਦੀ ਸਿਫਤ ਹੈ। ਇਹ ਕੇਵਲ ਰੋਟੀ ਦਾ ਸਾਧਨ ਨਹੀਂ। ਪਾਠ, ਸਿਮਰਨ, ਭਜਨ, ਬੰਦਗੀ, ਸੇਵਾ, ਮੈਂ ਫਿਰ ਬੇਨਤੀ ਕਰ ਲੱਗਾ, ਇਹ ਸਿਰਫ ਤਾਂ ਸਿਰਫ ਨਿਰੋਲ ਪਰਿਪੂਰਨ ਪਰਮਾਤਮਾ ਨਾਲ ਜੁੜਨ ਦਾ ਸਾਧਨ ਹੈ। ਪਰ ਮੰਨ ਲਓ ਜੇ ਨੱਕ, ਨੱਥ, ਖਸਮ, ਹੱਥ ਕਿਰਤ ਧੱਕੇ ਦੇ, ਪਰ ਇਸ ਨੂੰ ਕਮਾਉਂਦੇ ਹੋਏ ਵੀ ਅੰਦਰੋਂ ਭੈ ਭਾਵਨੀ ਰੱਖੇ, ਸੱਚ ਇਹ ਉਹਦਾ ਗਾਇਆ, ਸੁਣਿਆ, ਪੜ੍ਹਿਆ ਤੇ ਵਿਚਾਰਿਆ ਹੋਇਆ ਵੀ ਥਾਂ ਪੈ ਜਾਏਗਾ। ਫਿਰ ਕੀ ਹੋਇਆ, ਜਿਹੜੇ ਭਗਤ ਸਨ ਉਹਨਾਂ ਤੋਂ ਬਾਅਦ ਆ ਗਏ ਰਾਸਧਾਰੀ। ਇਹਨਾਂ ਦੀਆਂ ਬਕਾਇਦਾ ਮੰਡਲੀਆਂ ਬਣ ਗਈਆਂ। ਇਹ ਰਾਸਧਾਰੀ ਮੰਡਲੀਆਂ ਬਣਾ ਬਣਾ ਕੇ ਰਾਸ ਰਚਾਉਂਦੇ ਸਨ। ਪਹਿਲਾਂ ਇਹ ਦੱਖਣ ਵਾਲੇ ਪਾਸੇ ਸਨ, ਯੂਪੀ ਵੱਲ ਬਹੁਤ ਸੀ, ਪਰ ਇੱਕ ਦੌਰ ਐਸਾ ਵੀ ਆਇਆ, ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਔਰ ਗੁਰਦਾਸਪੁਰ ਦੀ ਧਰਤੀ ਤੇ ਵੀ ਰਾਸਧਾਰੀਆਂ ਨੇ ਬਹੁਤ ਰਾਸ ਲੀਲਾਵਾਂ ਕੀਤੀਆਂ। ਗੁਰੂ ਨਾਨਕ ਸਾਹਿਬ ਦੇ ਵੇਲੇ ਤੱਕ ਇਹ ਰਾਸ ਲੀਲਾ ਇੱਕ ਪ੍ਰੋਫੈਸ਼ਨ ਬਣ ਚੁੱਕਾ ਸੀ। ਜਿਹੜਾ ਉਸਤਾਦ ਸੀ ਉਹ ਸੱਚਮੁੱਚ ਚੇਲਿਆਂ ਦੀ ਗਾਇਕੀ ਤੇ ਚੇਲਿਆਂ ਦੇ ਸਾਜ਼ ਵਜਾਉਣ ਦੇ ਉੱਤੇ ਨੱਚਦਾ ਹੁੰਦਾ ਸੀ। ਉਹਨੇ ਇਹੋ ਜਿਹਾ ਹਾਵ ਭਾਵ ਕਰਨੇ ਕਿ ਰਾਸ ਜਿਸ ਨੇ ਗੂੜ ਗਿਆਨ ਦੇਣਾ ਸੀ, ਪਿਆਰਿਓ, ਉਹ ਗਿਆਨ ਤੋਂ ਵਿਹੂਣੀ ਹੋ ਗਈ ਤੇ ਲੋਕ ਆਉਂਦੇ ਨੇ, ਰਾਸਧਾਰੀਆਂ ਦੀ ਹਰਕਤ, ਐਕਸ਼ਨ ਦੇਖਦੇ ਨੇ ਤੇ ਮਜ਼ਾਕ ਇੱਕ ਦੂਜੇ ਨੂੰ ਮਖੌਲ, ਠੱਠਾ, ਹਾਸਾ ਕਰਕੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ। ਬੇਨਤੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ। ਦੇਖੋ, ਗੁਰੂ ਨੇ ਹਰ ਚੀਜ਼ ਦੇ ਅਰਥ ਚੇਂਜ ਕਰ ਦਿੱਤੇ। ਇੱਥੇ ਵੀ ਜਦੋਂ ਅਸੀਂ ਇਸ ਸ਼ਲੋਕ ਨੂੰ ਵਿਚਾਰਾਂਗੇ ਹੈਰਾਨ ਹੋਵਾਂਗੇ, ਕੈਸੀ ਉੱਚੀ ਸੁਰਤ ਲੈ ਗਏ ਸਤਿਗੁਰੂ ਜੀ ਆਪਣੇ ਸਿੱਖ ਦੀ। ਮੈਂ ਇਹਨੂੰ ਕਹਿਣ ਤੋਂ ਪਹਿਲਾਂ ਇੱਕ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਰਾਸ ਲੀਲਾ ਤੇ ਆਰਤੀ ਦਾ ਸ਼ਬਦ, ਇਹਨੂੰ ਸਾਹਮਣੇ ਰੱਖ ਕੇ ਜਦੋਂ ਅਰਥ ਕਰਾਂਗੇ ਤੇ ਮੇਰਾ ਖਿਆਲ, ਕਿਉਂਕਿ ਰਾਸ ਲੀਲਾ ਵਾਲਾ ਜਿਹੜਾ ਸ਼ਬਦ ਹੈ ਪਰਮਾਤਮਾ ਦੀ ਰਚੀ ਕੋਈ ਰਾਸ ਮੰਡਲ, ਇਹਦੀ ਸਮਝ ਸੌਖੀ ਪੈ ਜਾਏਗੀ ਜੇ ਆਪਾਂ ਆਰਤੀ ਦੇ ਸ਼ਬਦ ਨੂੰ ਥੋੜ੍ਹਾ ਜਿਹਾ ਵਿਚਾਰ ਲਵਾਂਗੇ। ਕਿਉਂਕਿ ਆਰਤੀ ਦਾ ਸ਼ਬਦ ਤਾਂ ਤਕਰੀਬਨ ਸੋਹਿਲਾ ਸਾਹਿਬ ਦੀ ਬਾਣੀ 'ਚ ਰੋਜ਼ ਪੜ੍ਹਿਆ ਜਾਂਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ, ਜਿਹੜੇ ਲੋਕ ਧਰਮ ਦੇ ਨਾਮ ਤੇ ਬਾਹਰ ਕਰਮ ਕਰਦੇ ਸਨ, ਕਈ ਵਾਰੀ ਸੱਚ ਇਹ ਜੇ ਧਰਮ ਦੇ ਨਾਮ ਤੇ ਕਰਮ ਕਰਦਿਆਂ ਕਰਦਿਆਂ ਅੰਦਰੋਂ ਤੱਤ ਗਵਾਚ ਜਾਂਦਾ ਹੈ ਤੇ ਕੇਵਲ ਬਾਹਰ ਦਾ ਛਿਲਕਾ, ਫੋਗ ਸ਼ਬਦ ਵਰਤ ਲਵਾਂ, ਬਾਹਰ ਦਾ ਕੇਵਲ ਇੱਕ ਵਿਖਾਵਾ ਰਹਿ ਜਾਂਦਾ ਹੈ। ਜਿੱਥੇ ਪਿਆਰਿਓ ਅਸਲੀ ਤੱਤ ਗਵਾਚ ਜਾਏ, ਕੇਵਲ ਵਿਖਾਵਾ ਰਹਿ ਜਾਏ, ਉਹ ਕੋਈ ਵੀ ਕਰਮ ਹੋਵੇ ਉਹ ਲੇਖੇ ਨਹੀਂ ਪੈਂਦਾ। ਫਿਰ ਬੇਨਤੀ ਸੁਣਿਓ, ਮੈਂ ਉਦਾਹਰਨ ਇੱਕ ਤੁਹਾਨੂੰ ਦੇਣਾ, ਥੋੜ੍ਹਾ ਜਿਹਾ ਟਿਕਾ ਬਖਸ਼ਿਓ ਆਪ ਜੀ। ਇੱਕ ਪਾਸੇ ਕਬੀਰ ਸਾਹਿਬ ਆਵਾਜ਼ ਦਿੰਦੇ ਨੇ ਕਿ ਤੂੰ ਰੋਜ਼ ਮਸਜਿਦ ਦੇ ਬਨੇਰੇ ਤੇ ਖਲੋਨਾ ਤੇ ਉੱਚੀ ਸਾਰੀ ਬਾਂਗ ਦੇਣਾ, ਆਵਾਜ਼ ਦੇਣਾ, ਪਰ ਕਹਿੰਦੇ ਨੇ ਜਿਨ੍ਹਾਂ ਨੂੰ ਤੂੰ ਬਾਂਗ ਦੇ ਕੇ ਕਹਿ ਰਹੇ ਹੈ, ਹਾਲਾਂਕਿ ਕਿਹਾ ਜਾਂਦਾ ਬਾਂਗ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਨਮਾਜ਼ ਦਾ ਵਕਤ ਹੋ ਗਿਆ, ਲੋਕੋ ਮਸੀਤ ਵਿੱਚ ਪਹੁੰਚੋ। ਪਰ ਨਮਾਜ਼ ਵੀ ਪੜ੍ਹਨ ਤੋਂ ਪਹਿਲਾਂ ਬਾਂਗ ਦੇ ਲਫ਼ਜ਼ ਇਹੀ ਨੇ, ਅੱਲਾਹੂ ਅਕਬਰ, ਖਾਸ ਕਰਕੇ ਇਹਦਾ ਅਰਥ ਹੈ ਅੱਲਾਹ ਹੀ ਸਭ ਤੋਂ ਵੱਡਾ ਹੈ। ਸਤਿਗੁਰੂ ਕਹਿੰਦੇ ਨੇ ਤੂੰ ਆਪਣੇ, ਕਬੀਰ ਸਾਹਿਬ ਕਹਿੰਦੇ ਨੇ ਆਪਣੇ ਕੰਨਾਂ 'ਚ ਉਂਗਲਾਂ ਦੇ, ਉੱਚੀ ਆਵਾਜ਼ ਵਿੱਚ ਬਾਂਗ ਦੇਣਾ, ਪਰ ਰੋਜ਼ ਰੋਜ਼ ਉੱਚੀ ਬੋਲਣ ਵਾਲਿਆ, ਰੱਬ ਅੱਲਾ ਖੁਦਾ ਬੋਲਾ ਨਹੀਂ,
ਕਦੀ ਬਨੇਰੇ ਤੋਂ ਥੱਲੇ ਉਤਰ, ਉੱਚੀਆਂ ਆਵਾਜ਼ਾਂ ਦੀ ਥਾਂ ਆਪਣੀ ਜ਼ਬਾਨ ਬੰਦ ਕਰਕੇ ਆਪਣੇ ਅੰਦਰੋਂ ਦੀ ਆਵਾਜ਼ ਸੁਣ। ਉਹ ਬੋਲਾ ਨਹੀਂ। ਧਿਆਨ ਨਾਲ ਸੁਣਿਓ ਜਰਾ, ਕਿਉਂਕਿ ਇਹ ਸ਼ਬਦ ਦੇ ਅਰਥ ਕਰਨ ਲਈ ਮੈਨੂੰ ਥੋੜੀ ਜਿਹੀ ਭੂਮਿਕਾ ਬਣਾਉਣੀ ਪੈਣੀ। ਉਹ ਸਲੋਕ ਹੈ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਉਹ ਬੋਲਾ ਨਹੀਂ। ਜਾ ਕਾਰਨ ਤੂੰ ਬਾਂਗ ਦੇ, ਜਿਸ ਦੀ ਖਾਤਰ ਤੂੰ ਆਵਾਜ਼ਾਂ ਦੇ ਰਹੇ, ਦਿਲ ਹੀ ਭੀਤਰ ਜੋਏ। ਹੁਣ ਅੱਲਾਹੁ ਅਕਬਰ ਸ਼ਬਦ ਮਾੜਾ ਨਹੀਂ, ਪਰ ਜਦੋਂ ਵਾਰ-ਵਾਰ ਇਹ ਸ਼ਬਦ ਰਿਪੀਟ ਕਰੀ ਗਏ, ਅੰਦਰ ਵਾਲਾ ਸੁੱਕ ਗਿਆ, ਅੰਦਰ ਰਾਸੀ ਕੋਈ ਨਹੀਂ ਰਿਹਾ। ਸੱਚੀ ਗੱਲ। ਫਿਰ ਉਹ ਕਹਿੰਦੇ ਨੇ, ਕਿਉਂ ਉੱਚੀ ਆਵਾਜ਼ਾਂ ਦੇ ਰਹੇ ਹੈ? ਰੱਬ ਬੋਲਾ ਨਹੀਂ, ਤੂੰ ਆਪਣੇ ਅੰਦਰ ਨੂੰ ਜਗਾ, ਤੂੰ ਆਪਣੇ ਅੰਦਰੋਂ ਪੁਕਾਰ, ਉਹ ਤੇਰੀ ਅੰਦਰ ਬੈਠਾ ਆਵਾਜ਼ ਸੁਣਦਾ। ਹੁਣ ਦੇਖੋ, ਉਹ ਕਬੀਰ ਸਾਹਿਬ ਕਰਨ ਉੱਚੀ ਨਾ ਬੋਲ। ਕਿਉਂ ਉੱਚੀ ਬੋਲ ਰਹੇ ਤੂੰ? ਪਰ ਜਦੋਂ ਅਸੀਂ ਉਹਨਾਂ ਦੀ ਬਾਣੀ ਦਾ ਪਾਠ ਕਰਨੇ ਆ ਤੇ ਇੱਕ ਸ਼ਲੋਕ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ ਹੋਰ, ਜੇ ਕੋਈ ਇਨਸਾਨ ਚੁੱਪ ਕਰਕੇ ਬੈਠਾ ਤੇ ਉਹਨੂੰ ਕਹਿੰਦੇ ਨੇ ਖਾਮੋਸ਼ ਹੋ ਕੇ ਕਿਉਂ ਬੈਠਾ, ਕੀ ਉਦਾਸੀ ਪੈ ਗਈ ਤੈਨੂੰ? ਇੱਕ ਕੰਮ ਕਰ, ਉੱਚੀ ਸਾਰੀ ਆਵਾਜ਼ ਵਿੱਚ ਬੋਲ ਤੂੰ ਰਾਮ, ਪਤਾ ਨਹੀਂ ਸਵੇਰੇ ਸ਼ਾਮ ਤੂੰ ਕੂਕਦਾ ਰਹੇ ਤੇ ਕਿਹੜੇ ਵੇਲੇ ਤੇਰੀ ਕੂਕ ਸੁਣੀ ਜਾਏ। ਹੁਣ ਦੋਨਾਂ ਸ਼ਲੋਕਾਂ ਨੂੰ ਸਾਹਮਣੇ ਰੱਖੋ। ਜੇ ਇੱਕ ਪਾਸੇ ਰੱਬ ਬੋਲਾ ਨਹੀਂ ਤੇ ਦੂਜੇ ਪਾਸੇ ਉੱਚੀ ਬੋਲਣ ਦੀ ਕੀ ਲੋੜ? ਕਬੀਰ ਸਾਹਿਬ ਦੇ ਦੋਨੋਂ ਸ਼ਲੋਕ ਨੇ, ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਤੇ ਉਹੀ ਮਹਾਂਪੁਰ ਕਹਿ ਰਹੇ ਨੇ, ਕਬੀਰ ਕੇਸੋ ਕੇਸੋ ਕੂਕੀਐ। ਹੁਣ ਕੂਕਣ ਦਾ ਅਰਥ ਕੀ ਹੈ? ਕੂਕਣ ਦਾ ਅਰਥ ਖਾਮੋਸ਼ੀ ਨਹੀਂ। ਅਸਲ 'ਚ ਜਿਹਨੂੰ ਕਹਿ ਰਹੇ ਨੇ ਚੁੱਪ ਕਰ, ਉਹ ਇੰਨਾ ਕੁ ਬੋਲ ਚੁੱਕਾ ਹੈ, ਬੋਲਣ ਵਿੱਚੋਂ ਰਾਸੀ ਮਰ ਗਿਆ ਹੈ। ਤੇ ਜਿਹਨੂੰ ਅਜੇ ਬੋਲਣ ਦੀ ਜਾਂਚ ਨਹੀਂ, ਕਹਿਣ ਲੱਗੇ ਉੱਚੀ ਬੋਲ, ਕਿਤੇ ਤੇਰੀ ਪੁਕਾਰ ਰੱਬ ਦੇ ਦਰ ਤੇ ਸੁਣੀ ਜਾਏ। ਦੋਨਾਂ 'ਚ ਅੰਤਰ ਹੈ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣਾ, ਕਬੂ ਕੇ ਸੁਣੇ ਪੁਕਾਰ, ਕਦੀ ਤੇਰੀ ਪੁਕਾਰ ਸੁਣੀ ਜਾਏ। ਮੇਰੀ ਬੇਨਤੀ ਹੈ, ਆਓ ਥੋੜਾ ਜਿਹਾ, ਹਾਲਾਂਕਿ ਇਹ ਸ਼ਬਦ ਇਸ ਸ਼ਲੋਕ ਦਾ ਤਤ ਭਾਵ ਹੈ ਕਿ ਨਾਨਕ ਮੁਸੈ ਗਿਆਨ ਵਿਖੋਣੀ, ਖਾਏ ਗਿਆ ਜਮਕਾਲ। ਤਤ ਭਾਵ ਹੀ, ਪਰ ਮੈਂ ਫਿਰ ਵੀ ਆਰੰਭ 'ਚ ਅਸੀਂ ਆਰਤੀ ਦਾ ਸ਼ਬਦ ਪੜ੍ਹਨੇ ਆ ਰੋਜ਼ ਸੋਹਿਲਾ ਸਾਹਿਬ ਦੀ ਬਾਣੀ 'ਚ, ਜਿਹਨੂੰ ਚਲੋ ਕੀਰਤ ਸੋਹਿਲਾ, ਕੀਰਤਨ ਸੋਹਿਲਾ ਵੀ ਸ਼ਬਦ ਵਰਤਿਆ ਜਾਂਦਾ ਹੈ। ਤੇ ਦਾਸ ਨੇ ਅਰਜ਼ ਕੀਤੀ ਸੀ, ਗੁਰੂ ਗ੍ਰੰਥ ਸਾਹਿਬ 'ਚ ਸਿਰਫ ਸਰਲੇਖ ਕੇ ਸੋਹਿਲਾ, ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਸੋਹਿਲਾ ਸਾਹਿਬ ਦਾ ਤੀਸਰਾ ਸ਼ਬਦ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ। ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਧਨਾਸਰੀ ਵਿੱਚ ਫਿਰ ਦੁਬਾਰਾ ਆਇਆ ਹੈ। ਥੋੜਾ ਜਿਹਾ ਪਾਠ ਭੇਦ ਦੇ, ਪਰ ਅਰਥ ਦੋਨਾਂ ਸ਼ਬਦਾਂ ਦਾ ਇੱਕੋ ਹੈ। ਭਾਵੇਂ ਇਤਿਹਾਸ ਕਹਿੰਦਾ ਗੁਰੂਦੇਵ ਜੀ ਜਗਨਨਾਥਪੁਰੀ ਜਾਂਦੇ ਨੇ, ਕਿਉਂਕਿ ਮੈਂ ਸਾਖੀ ਨਹੀਂ ਸਿਰਫ ਉਹ ਸ਼ਬਦ ਬੇਨਤੀ ਕਰਨੀ ਚਾਹੁੰਦਾ। ਜਗਨਨਾਥ ਮੂਰਤੀ ਹੈ, ਜਗਨਨਾਥ ਮੰਦਰ ਹੈ। ਇਹਦੇ ਅਖਰੀ ਅਰਥ ਨੇ ਜਗਤ ਦਾ ਨਾਥ। ਸੰਧਿਆ ਦਾ ਵੇਲਾ ਹੁੰਦਾ ਤੇ ਜਿਹੜੇ ਉੱਥੋਂ ਦੇ ਪਾਂਡੇ ਨੇ ਉਹ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਆਓ ਆਰਤੀ ਦਾ ਵਕਤ ਹੋ ਗਿਆ, ਆਰਤੀ ਦਾ ਵੇਲਾ ਹੋ ਗਿਆ, ਤੁਸੀਂ ਸਾਡੇ ਨਾਲ ਆਰਤੀ ਵਿੱਚ ਸ਼ਾਮਿਲ ਹੋਵੋ। ਦੇਖੋ ਸਤਿਗੁਰੂ ਜੀ ਜਾਂਦੇ ਨੇ। ਫਿਰ ਮੇਰੀ ਬੇਨਤੀ ਸੁਣਿਓ, ਗੁਰੂ ਨਾਨਕ ਸਾਹਿਬ ਦਾ ਹਰ ਥਾਂ ਤੇ ਜਾਣਾ, ਉਹਨੂੰ ਮਜ਼ਾਕ, ਉਹਨੂੰ ਅੰਦਰੋਂ ਕੋਰਾਪਣ, ਉਹਨੂੰ ਰੁੱਖਾਪਨ ਨਾ ਸਮਝਿਓ। ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਗਏ, ਜੇ ਕਰਮ ਕਾਂਡ ਦਾ ਵਿਰੋਧ ਕੀਤਾ ਤੇ ਸੱਚ ਇਹ ਉਹਨਾਂ ਲੋਕਾਂ ਨੂੰ ਅੰਦਰੋਂ ਰਸ ਨਾਲ ਵੀ ਭਰ ਕੇ ਆਏ। ਹੁਣ ਆਪਾਂ ਸ਼ਬਦ ਵਰਤ ਦਿੰਦੇ ਹਾਂ, ਬਰੀਕੀ ਨੂੰ ਸੁਣਿਓ। ਮੈਂ ਕਥਾ ਕਰਦਿਆਂ ਕਹਿ ਦੇਣਾ, ਮੈਂ ਤਾਂ ਉਹ ਸੱਚ ਬੋਲਾਂਗਾ ਜਿਹੜੇ ਗੁਰੂ ਨਾਨਕ ਸਾਹਿਬ ਨੇ ਬੋਲਿਆ। ਚੇਤੇ ਰੱਖਿਓ, ਜਿੱਥੇ ਗੁਰੂ ਨਾਨਕ ਨੇ ਸੱਚ ਬੋਲਿਆ ਉਦੋਂ ਬਾਅਦ ਦੋਨੋਂ ਸ਼ਾਂਤ ਹੋ ਗਏ। ਜਿੱਥੇ ਅਸੀਂ ਸੱਚ ਬੋਲਨੇ ਉੱਥੇ ਸੰਗਤ ਆਪ ਹੀ ਡਾਂਗਾ ਕੱਢ ਲੈਂਦੀ। ਕਾਰਨ ਕੀ? ਉੱਥੇ ਦੁਫੇੜ ਪੈ ਜਾਂਦੇ, ਕਿਉਂਕਿ ਸਾਡੇ ਕੋਲ ਲਫ਼ਜ਼ ਗੁਰੂ ਨਾਨਕ ਵਾਲੇ ਨੇ, ਪਰ ਅੰਦਰ ਦਾ ਰਸ ਗੁਰੂ ਨਾਨਕ ਵਾਲਾ ਨਹੀਂ। ਫਿਰ ਸਮਝੋ ਇਸ ਗੱਲ ਨੂੰ। ਮੰਨ ਲਓ ਮੈਂ ਵੀ ਸੱਚ ਬੋਲ ਰਿਹਾ, ਮੈਂ ਸੱਚ ਕਹਿ ਰਿਹਾ, ਗੁਰੂ ਨਾਨਕ ਸਾਹਿਬ ਨੇ ਕਿਹਾ, ਪਰ ਕੀ ਉਸ ਸੱਚ ਸ਼ਬਦ ਦੇ ਪਿੱਛੇ ਮੇਰੇ ਕੋਲ ਸੱਚਾ ਆਚਾਰ ਹੈ? ਜੇ ਮੇਰੇ ਕੋਲ ਸੱਚਾ ਆਚਾਰ ਨਹੀਂ, ਮੇਰਾ ਸੱਚ ਕਿਹਾ ਹੋਇਆ ਸੋ ਕਾਲਡ ਸੱਚ ਇਹ ਲੋਕਾਂ ਦੇ ਵਿੱਚ ਕਲੇਸ਼ ਪੈਦਾ ਕਰੇਗਾ। ਪਰ ਗੁਰੂ ਨਾਨਕ ਦੇ ਬੋਲੇ ਹੋਏ ਸੱਚ ਪਿੱਛੇ ਸੱਚ ਆਚਾਰ ਹੈ। ਸੱਚ ਇਹ ਬਾਂਗ ਦੇਣ ਵਾਲਾ ਵੀ ਗੁਰੂ ਨਾਨਕ ਦੇ ਚਰਨ ਪਕੜ ਲੈਂਦਾ ਹੈ, ਤੇ ਆਰਤੀ ਦੇ ਦੀਵੇ ਬਾਲਣ ਵਾਲਾ ਵੀ ਕਹਿੰਦਾ ਮੇਰਾ ਰਾਹਬਰ ਗੁਰੂ ਨਾਨਕ ਹੈ। ਫਿਰ ਬੇਨਤੀ, ਕਿਉਂਕਿ ਉਹਨਾਂ ਕੋਲ ਅੱਜ ਸਮੱਸਿਆ ਸਾਡੀ, ਅਸੀਂ ਬੰਦੇ ਨੂੰ ਤੋੜਨ ਵਾਸਤੇ ਸ਼ਬਦਾਵਲੀ ਵਰਤੇ ਹਾਂ, ਜੋੜਨ ਵਾਸਤੇ ਤਾਂ ਕੁਝ ਹੈ ਹੀ ਨਹੀਂ।
ਜੋੜਿਆ ਤਾਂ ਜਾ ਸਕੇਗਾ ਜੇ ਕਿਤੇ ਸੁਰਤ ਆਪਣੀ ਟਿਕਦੀ ਹੋਵੇਗੀ। ਹਜ਼ੂਰ ਗੁਰੂ ਨਾਨਕ ਸਾਹਿਬ ਜਾਂਦੇ ਨੇ, ਉਹ ਕਹਿੰਦੇ ਨੇ ਆਰਤੀ ਸ਼ਾਮਲ ਹੋ, ਕਹਾਣੀ ਨਹੀਂ ਕੇਵਲ ਉਹ ਥਾਲ 'ਚ ਪਾ ਕੇ ਦੀਵੇ, ਬਸ ਇਹ ਰਾਸ ਨਾਲ ਮਿਲਦੀ ਹੋਈ ਆਰਤੀ। ਕੁਝ ਕੁ ਮੋਤੀ ਸੁਗੰਧੀ ਵਾਲੀਆਂ ਚੀਜ਼ਾਂ ਰੱਖ ਕੇ ਮੂਰਤੀ ਨੂੰ ਚਵਰ ਕਰਦੇ ਨੇ ਤੇ ਨਾਲੇ ਉਹ ਅੱਗ ਦੇ ਥਾਲੀ ਨੂੰ ਘੁਮਾਉਂਦੇ ਨੇ, ਆਰਤੀ ਕੀਤੀ ਜਾਂਦੀ। ਮਹਾਰਾਜ ਬਾਹਰ ਆ ਜਾਂਦੇ ਨੇ, ਉਹ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਤੁਸੀਂ ਆਰਤੀ ਕਰਨ ਵਿੱਚ ਸ਼ਾਮਲ ਕਿਉਂ ਨਹੀਂ ਹੋਏ? ਅਸੀਂ ਆਰਤੀ ਕੀਤੀ, ਤੁਸੀਂ ਵਿੱਚ ਸ਼ਾਮਲ ਨਹੀਂ ਹੋਏ। ਸਤਿਗੁਰੂ ਕਹਿੰਦੇ ਨੇ ਨਹੀਂ, ਮੈਂ ਉਸ ਦੀ ਆਰਤੀ ਵਿੱਚ ਹਰ ਵਕਤ ਹੀ ਸ਼ਾਮਲ ਹੁੰਦਾ। ਕਹਿਣ ਲੱਗੇ ਉਸ ਦੀ ਆਰਤੀ, ਜਗਨਨਾਥ ਦੀ ਆਰਤੀ? ਕਹਿੰਦੇ ਬਿਲਕੁਲ। ਕਹਿੰਦੇ ਨੇ ਤੁਸੀਂ ਤਾਂ ਬਾਹਰ ਸੀ, ਸਾਡੇ ਕੋਲ ਸਾਕਾਰ ਮੂਰਤ। ਕਿ ਸਤਿਗੁਰੂ ਕਹਿੰਦੇ ਜਗਨਨਾਥ ਦਾ ਅਰਥ ਕੀ? ਜਗਨਨਾਥ ਦਾ ਅਰਥ ਹੈ ਜਿਹੜਾ ਜਗਤ ਦਾ ਮਾਲਕ ਹੈ, ਉਹ ਜਿਹੜਾ ਏਡੇ ਵਿਰਾਟ ਜਗਤ ਨੂੰ ਪੈਦਾ ਕਰੀ ਬੈਠਾ ਹੈ, ਉਹਨੂੰ ਮੂਰਤੀ 'ਚ ਬੰਦ ਕਰਕੇ ਨਿੱਕੀ ਜੀ ਥਾਲੀ ਨਾਲ ਉਹਦੀ ਆਰਤੀ ਉਤਾਰ ਸਕੋਗੇ? ਹੈ ਉਹ ਜਗਤ ਦਾ ਮਾਲਕ, ਆਰਤੀ ਤੁਸੀਂ ਕਿਵੇਂ ਉਤਾਰ ਰਹੇ ਹੋ? ਉੱਥੇ ਹਜ਼ੂਰ ਨੇ ਕਿਹਾ ਬਸ ਅੰਦਰ ਸ਼ਬਦ ਨੂੰ ਕਮਾ ਕੇ ਦੇਖੋ, ਆਓ ਮੇਰੇ ਨਾਲ ਦੇਖੋ। ਉਹਦੇ 2 ਦੀਵੇ ਪਏ ਬਲਦੇ ਨੇ, ਉਹ ਦੀਵਿਆਂ 'ਚ ਤੇਲ ਨਹੀਂ ਮੁੱਕਦਾ, ਉਹਨਾਂ ਦੀਵਿਆਂ 'ਚ ਘਿਓ ਨਹੀਂ ਪਾਉਣਾ ਪੈਂਦਾ। ਆਓ ਦੇਖੋ ਉਹਦੇ ਮੋਤੀ ਚਮਕਦੇ ਪਏ ਨੇ, ਉਹਦਾ ਥਾਲ ਹਮੇਸ਼ਾ ਹੀ ਭਰਪੂਰ ਰਹਿੰਦਾ ਹੈ। ਉਹਨਾਂ ਕਿਹਾ ਵੀ ਬੰਦਾ ਗੱਲਾਂ ਕਿਹੋ ਜਿਹੀਆਂ ਕਰਨ ਲੱਗ ਪਏ। ਉਹ ਸਾਰੇ ਇਕੱਠੇ ਹੋ ਗਏ। ਉੱਥੇ ਗੁਰਦੇਵ ਨੇ ਜਿਹੜਾ ਸ਼ਬਦ ਕਿਹਾ ਤੁਸੀਂ ਸਾਰੇ ਪੜ੍ਹਦੇ ਹੋ, ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਘੜੀਆਂ ਸਭੇ ਗੋਪੀਆਂ ਪੈਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ। ਬਸ ਉਦਾਹਰਨ ਉਹੀ ਹੈ, ਰਾਸ ਲੀਲਾ ਵਿੱਚ ਅਰਥ ਹੋਰ ਕੀਤੇ ਗਏ, ਆਰਤੀ ਵਿੱਚ ਹੋਰ। ਹਾਲਾਂਕਿ ਆਰਤੀ ਦਾ ਅਰਥ ਵੀ ਹੁਣ ਭਾਵੇਂ ਅਸੀਂ ਆਪਣੀ ਮਰਜ਼ੀ ਨਾਲ ਇੱਕ ਸ਼ਬਦ ਭਗਤ ਧੰਨਾ ਜੀ ਦਾ ਵੀ ਪੜ੍ਹਿਆ ਜਾਂਦਾ, ਗੋਪਾਲ ਤੇਰਾ ਆਰਤਾ। ਤੇ ਉਹ ਅਸੀਂ ਸਾਰੇ ਕਹਿੰਦੇ ਹਾਂ ਜੀ ਉਹ ਜੱਟ ਸੀ ਨਾ ਜੀ, ਉਹਨੇ ਤਾਂ ਕਿਹਾ ਜੀ ਮੇਰਾ ਆਰਤਾ। ਐਵੇਂ ਬਚਕਨੀ ਗੱਲ ਨਾ ਕਰੀਏ। ਆਰਤਾ ਦਾ ਅਰਥ ਉੱਥੇ ਖਿਮਾ ਕਰਿਓ ਧੱਕੇ ਨਾਲ ਖਿੱਚ ਧੂ ਕੇ ਕਰ ਜਾਏ, ਬਹੁ ਗਿਣਤੀ 'ਚ ਪ੍ਰਭਾਵ ਪਾ ਕੇ। ਗੁਰੂ ਗ੍ਰੰਥ ਸਾਹਿਬ 'ਚ ਆਰਤ ਲਫ਼ਜ਼ ਦਾ ਅੱਖਰੀ ਅਰਥ ਹੈ ਦੁਖੀ, ਆਜ਼ਿਜ਼, ਮੰਗਤਾ। ਜੇ ਇਸ ਸ਼ਬਦ ਨੂੰ ਅਸੀਂ ਆਰਤੇ ਨੂੰ ਆਰਤੀ ਲਫ਼ਜ਼ ਨਾਲ ਜੋੜ ਕੇ ਅਰਥ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੁੰਦਾ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰੀਆ, ਸਰਵਨ ਨੀ ਸੁਰਤ ਨੈਣ ਸੁੰਦਰ ਨਾਹੀ, ਆਰਤ ਦੁਆਰ ਰਟਤ ਪਿੰਗੁਰੀਆ। ਉੱਥੇ ਲਫ਼ਜ਼ ਆਰਤਾ ਹੈ। ਆਰਤ ਦਾ ਅਰਥ ਹੈ ਦੁਖਿਆਰਾ। ਖੈਰ ਮੈਂ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਨੇ ਗਗਨ ਮੈਂ ਨਹੀਂ, ਮੈਂ, ਇਹਦਾ ਅਰਥ ਗਗਨ ਮਈ। ਇਹ ਸ਼ਬਦ ਮਈ ਵਰਤਨੇ ਕਰੀ। ਗਗਨ ਮੈਂ ਥਾਲ, ਆਹ ਦੇਖੋ ਵਿਸ਼ਵ ਦੇ ਨਾਥ ਜਗਤ ਦੇ ਨਾਥ ਦੀ ਆਰਤੀ ਹੋ ਰਹੀ। ਆ ਜਿਤਨਾ ਵੀ ਆਕਾਸ਼ ਹੈ, ਜਿਤਨਾ ਗਗਨ ਹੈ, ਇਹ ਪ੍ਰਮਾਤਮਾ ਦੀ ਆਰਤੀ ਵਾਸਤੇ ਥਾਲੀ ਬਣਿਆ ਹੋਇਆ। ਇੱਕ ਵਿਰਾਟ ਦੀ ਆਰਤੀ ਛੋਟੇ ਛੋਟੇ ਹੱਥਾਂ ਨਾਲ ਕੀ ਕਰ ਸਕਾਂਗੇ? ਉਸ ਵਿਰਾਟ ਦੀ ਆਰਤੀ ਕਰਨ ਲਈ ਸਾਜ਼ੋ ਸਮਾਨ ਵੀ ਵਿਰਾਟ ਚਾਹੀਦਾ। ਹਜ਼ੂਰ ਕਹਿੰਦੇ ਨੇ ਗਗਨ ਮੈਂ ਥਾਲ, ਗਗਨ ਰੂਪੀ ਥਾਲ ਵਿੱਚ ਸੂਰਜ ਤੇ ਚੰਦਰਮਾ 2 ਦੀਵੇ ਬਲਦੇ ਪਏ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਤਾਰਕਾ ਮੰਡਲ ਆ ਆਕਾਸ਼ ਵਿੱਚ ਜਿਹੜੇ ਤਾਰੇ ਟਿਮਟਮਾਉਂਦੇ, ਸੂਰਜ ਤੇ ਚੰਦਰਮਾ 2 ਦੀਵੇ ਨੇ ਤੇ ਜਿਹੜੇ ਤਾਰੇ ਟਿਮਟਮਾਉਂਦੇ ਨੇ, ਇਹ ਮੇਰੇ ਪਰਮਾਤਮਾ ਦੇ ਥਾਲ ਦੇ ਵਿੱਚ ਜਨਕ। ਜਨਕ ਦਾ ਅਰਥ ਇੱਥੇ ਜਾਣੋ, ਜਨਕ ਦਾ ਅਰਥ ਹੈ ਮਾਨੋ। ਇਹ ਸਾਰੇ ਮੰਨੋ ਕਿ ਉਹਦੇ ਥਾਲ 'ਚ ਪਾਏ ਹੋਏ ਮੋਤੀ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ। ਮਹਾਰਾਜ ਕਹਿੰਦੇ ਨੇ ਕੈਸੀ ਆਰਤੀ ਹੋਏ, ਕਿਹੋ ਜੀ ਤੇਰੇ ਕਮਾਲ ਦੀ ਆਰਤੀ ਹੋ ਰਹੀ। ਹੇ ਪ੍ਰਮਾਤਮਾ, ਲੋਕ ਇਹ ਸਮਝ ਨਹੀਂ ਰਹੇ, ਤੇਰੀ ਆਰਤੀ ਤਾਂ ਜੁਗਾਂ ਜੁਗੋਂ ਤੋਂ ਹੋ ਰਹੀ ਹੈ। ਆਪਣੀ ਪੂਜਾ ਆਪਣੀ ਆਰਤੀ ਤੋਂ ਆਪ ਕਰ ਰਹੇ। ਸਾਨੂੰ ਤਾਂ ਸਾਜ਼ੋ ਸਮਾਨ ਇਕੱਠੇ ਕਰਨ ਦੀ ਲੋੜ ਨਹੀਂ, ਸਿਰਫ ਉਹਦੀ ਆਰਤੀ ਵਿੱਚ ਸ਼ਮੂਲੀਅਤ ਕਰਨ ਦੀ ਲੋੜ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਇੱਥੇ ਜਿਹੜਾ ਸ਼ਬਦ ਹੈ ਨਾ ਮਲ ਆਨ ਲੋ, ਦੱਖਣ ਵਿੱਚ ਇੱਕ ਮਾਲਿਆ ਪਰਬਤ ਹੈ ਹਿੰਦੁਸਤਾਨ ਵਿੱਚ ਖਾਸ, ਉਹਦੇ ਉੱਤੇ ਚੰਦਨ ਦੇ ਰੁੱਖ ਨੇ। ਜਦੋਂ ਕਹਿੰਦੇ ਨੇ ਹਵਾ ਚੱਲਦੀ ਹੈ ਤੇ ਚੰਦਨ ਦੀ ਸਮੈਲ ਹਵਾ 'ਚ ਮਿਲ ਕੇ ਅੱਗੇ ਲੰਘਦੀ, ਜਿੱਥੋਂ ਜਾਂਦੀ ਹੈ ਸੁਗੰਧੀ। ਮਹਾਰਾਜ ਕਹਿੰਦੇ ਕਾਹਦੀ ਧੂਪ ਪਾਲੀ ਬੈਠੇ ਹੋ? ਆਹ ਦੇਖੋ ਬਾਹਰ ਨਿਕਲ ਕੇ ਉਹਦੀ ਹਵਾ ਵਿੱਚ
ਉਹਦੇ ਪੈਦਾ ਕੀਤੇ ਕੋਈ ਮਾਲਿਆ ਪਰਬਤ ਤੇ ਜਿਹੜੇ ਚੰਦਨ ਦੇ ਰੁੱਖ ਨੇ, ਉਹਨਾਂ ਦੀ ਸੁਗੰਧੀ ਤਾਂ ਉਹਦੇ ਬ੍ਰਹਿਮੰਡ ਵਿੱਚ ਧੂਪ ਵੀ ਦਿੰਦੀ ਹੈ। ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਤੁਸੀਂ ਮੂਰਤੀ ਨੂੰ ਚੌਰ ਕਰ ਰਹੇ ਹੋ। ਧਿਆਨ ਨਾਲ ਦੇਖੋ, ਜਦੋਂ ਪਵਨ ਚੱਲਦੀ ਏ, ਆ ਬਨਾਸਪਤੀ ਦੇ ਪੇਡਿਆਂ ਦੀਆਂ ਟਾਹਣੀਆਂ ਖਿਲਦੀਆਂ ਨੇ। ਕਹਿੰਦੇ ਨੇ ਕਦੀ ਧਿਆਨ ਨਾਲ ਦੇਖੋ ਮੇਰੇ ਵਾਹਿਗੁਰੂ ਜੀ ਨੂੰ, ਇਹ ਸਾਰੀ ਪਵਨ ਚੌਰ ਪਈ ਕਰਦੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਸਗਲ ਬਨ ਰਾਏ, ਆ ਜਿੰਨੇ ਵੀ ਜੰਗਲ ਨੇ, ਸਤਿਗੁਰੂ ਕਹਿੰਦੇ ਨੇ ਇਹਨਾਂ ਖਿੜੇ ਹੋਏ ਫੁੱਲ ਜਿਹੜੇ ਨੇ, ਇਹ ਆਰਤੀ ਵਿੱਚ ਰੱਬ ਵਾਸਤੇ ਫੁੱਲ ਨੇ। ਉਹਦੀ ਜੋਤ ਹਰ ਇੱਕ ਥਾਂ ਤੇ ਵਿਆਪਕ ਹੈ। ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਵਾਹ, ਕੈਸੇ ਕਮਾਲ ਦੀ ਆਰਤੀ ਹੋ ਰਹੀ। ਫਿਰ ਮੇਰੀ ਬੇਨਤੀ ਸੁਣਿਓ, ਆਮ ਤੌਰ ਤੇ ਅਸੀਂ ਅਰਥ ਜ਼ਰੂਰ ਕਰ ਦਿੰਦੇ ਹਾਂ ਬਾਣੀ ਦੇ। ਮੈਂ ਰੋਜ਼ ਇੱਕ ਹੋਕਾ ਦੇਣਾ ਪਿਆ, ਗੁਰਮਖੋ ਗੁਰਬਾਣੀ ਦੇ ਅਰਥਾਂ ਦੀ ਸਮਝ ਜਿੰਨੀ ਦੇਰ ਤੱਕ ਨਾਮ ਦਾ ਅਭਿਆਸ ਨਹੀਂ, ਸਮਝ ਨਹੀਂ ਪੈ ਸਕਦੀ। ਮੈਂ ਬੋਲ ਰਿਹਾ ਨੌਲੇਜ ਮੇਰੇ ਕੋਲ, ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸ਼ੇਰ, ਪਰ ਅਸਲ 'ਚ ਇਹਦਾ ਆਨੰਦ ਉਦੋਂ ਆਵੇਗਾ ਜਦੋਂ ਸ਼ਬਦ ਵਿੱਚ ਆਪਾਂ ਖੁਦ ਡੁੱਬਾਂਗੇ। ਸ਼ਬਦ ਉਹ ਹੀ ਰਹੇਗਾ। ਹਜ਼ੂਰ ਕਹਿੰਦੇ ਨੇ ਕੈਸੀ ਆਰਤੀ ਹੋਏ, ਕਿਹੋ ਜੀ ਕਮਾਲ ਦੀ ਆਰਤੀ ਹੋ ਰਹੀ ਹੈ। ਭਵ ਖੰਡਨਾ, ਇਹ ਜਨਮ ਨੂੰ ਦੁੱਖ ਨੂੰ ਕੱਟਣ ਵਾਲੇ ਵਾਹਿਗੁਰੂ, ਇਹ ਜਗਤ ਦੇ ਨਾਥ, ਇਹਨਾਂ ਨੂੰ ਨਹੀਂ ਸਮਝ। ਇਹ ਸੌੜੀ ਬੁੱਧੀ ਵਾਲੇ ਆਰਤੀਆਂ ਕਰਦੇ ਪਏ ਨੇ ਦੀਵੇ ਬਾਲ ਬਾਲ ਕੇ, ਪਰ ਤੇਰੇ ਦੀਵੇ ਤਾਂ ਬੁਝਦੇ ਕਦੀ ਨਹੀਂ। ਤੇਰੇ ਮੋਤੀ ਕਦੀ ਪੁਰਾਣੇ ਨਹੀਂ ਹੋਏ, ਤੇਰੀ ਧੂਪ ਕਦੀ ਤੁਖਾਣੀ ਨਹੀਂ ਪਈ, ਵਾਰ ਵਾਰ ਚੌਰ ਨਹੀਂ ਲਿਆਉਣੀ ਪੈਂਦੀ। ਨਿਰਗੁਣ ਨਿਰਾਕਾਰ ਤੇਰੀ ਆਰਤੀ ਆਪਣੇ ਆਪ ਹੋ ਰਹੀ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਉਹਨਾਂ ਕਿਹਾ ਚਲੋ ਇਹ ਤਾਂ ਕਹਿ ਦਿੱਤਾ ਸੂਰਜ ਚੰਦਰਮਾ ਦੀਵੇ ਨੇ, ਤਾਰੇ ਮੋਤੀ ਨੇ, ਹਵਾ ਜਿਹੜੀ ਸੁਗੰਧੀ ਵਾਲੀ ਇਹ ਧੂਪ ਹੈ, ਪਰ ਸਾਨੂੰ ਦੱਸ ਅਸੀਂ ਤਾਂ ਨਫੀਰੀਆਂ ਵੀ ਵਜਾਨੇ ਪਏ, ਵਾਜੇ ਵੀ ਵਜਾਨੇ, ਆ ਤੂਤੀਆਂ ਸੰਖ ਵਜਾਨੇ ਪਏ। ਸਤਿਗੁਰੂ ਕਹਿੰਦੇ ਨੇ ਬਾਹਰ ਦੇ ਸੰਖ ਵਜਾਉਣ ਵਾਲਿਓ ਕਿੰਨਾ ਚਿਰ ਵਜਾਓਗੇ ਤੁਸੀਂ? ਅੱਧਾ ਘੰਟਾ, ਇੱਕ ਘੰਟਾ ਨਾਦ ਛੇੜਦੇ ਹੋ, ਪਰ ਤੁਹਾਨੂੰ ਜੇ ਕਿਤੇ ਅੰਦਰ ਦਾ ਧੁਨੀ ਸੁਣ ਦੀ ਜਾਚ ਆ ਜਾਏ, ਸੱਚ ਇਹ ਜਿੰਨੇ ਸਰੀਰ ਨੇ ਇਹ ਸਾਰੇ ਸਾਜ਼ ਨੇ। ਹਰ ਸਰੀਰ ਦੇ ਵਿੱਚ ਮੇਰੇ ਪਰਮਾਤਮਾ ਦੀ ਅਨਹਦ ਨਾਦ ਦੀ ਭੇਰੀ ਵੱਜਦੀ ਪਈ ਹੈ। ਦੇਖੋ ਕੈਸੀ ਉੱਚੀ ਸੁਰ। ਹੁਣ ਉਹ ਨਾਦ ਜਿਹੜਾ ਮੇਰੇ ਤੁਹਾਡੇ ਸਭ 'ਚ ਵੱਜ ਰਿਹਾ, ਹਜ਼ੂਰ ਕਹਿੰਦੇ ਨੇ ਉਹਦੀ ਆਰਤੀ ਦਾ ਸੰਗੀਤ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ। ਅੱਗੇ ਧਿਆਨ ਨਾਲ ਸੁਣਿਓ, ਉਹਨਾਂ ਕਿਹਾ ਸਾਡੇ ਕੋਲ ਤਾਂ ਸਕਾਰ ਮੂਰਤੀ, ਤੁਸੀਂ ਤਾਂ ਅਦ੍ਰਿਸ਼ਟ ਦੀ ਗੱਲ ਪੈ ਕਰਦੇ। ਸਾਡੀ ਮੂਰਤੀ ਦੀਆਂ ਅੱਖਾਂ ਨੇ, ਸਾਡੀ ਮੂਰਤੀ ਦੇ ਹੱਥ ਨੇ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਧਿਆਨ ਨਾਲ ਦੇਖੋ, ਹਜ਼ਾਰਾਂ ਅੱਖਾਂ ਵਿੱਚੋਂ ਮੇਰਾ ਜਗਨਨਾਥ ਦੇਖ ਰਿਹਾ ਹੈ। ਇਹ ਸ਼ਬਦ ਦੇ ਇਹਨਾਂ ਤੁਕਾਂ ਦੇ ਅਰਥ ਕਰ ਲਈ ਨਾ, ਸਾਨੂੰ ਇਸ ਤੋਂ ਅਗਲੀ ਇੱਕ ਤੁਕ ਜ਼ਰੂਰ ਪਹਿਲਾਂ ਲੈਣੀ ਪੈਗੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਹਰ ਇੱਕ ਦੇ ਅੰਦਰ ਉਹਦਾ ਚਾਨਣ ਹੈ। ਗੁਰੂ ਸਾਹਿਬ ਕਹਿੰਦੇ ਨੇ ਆ ਪੱਥਰ ਦੀ ਮੂਰਤੀ ਨੂੰ ਅੱਖਾਂ ਲਾ, ਕਹਿੰਦੇ ਉਹ ਅੱਖਾਂ ਦੇਖ ਰਹੀਆਂ ਨੇ, ਕਹਿੰਦੇ ਨੇ ਤਾਂ ਕਦੀ ਝਮਕੀਆਂ ਵੀ ਨਹੀਂ। ਜਿਸ ਤਰ੍ਹਾਂ ਦੀ ਮੂਰਤੀ ਦੀ ਬਣਾ ਗਿਆ ਉਹੋ ਜਿਹੀਆਂ। ਕਹਿੰਦੇ ਨੇ ਮੇਰੇ ਜਗਤ ਦੇ ਨਾਥ ਦੀਆਂ ਹਜ਼ਾਰਾਂ ਮੂਰਤੀਆਂ ਨੇ, ਇੱਕ ਵੀ ਮੂਰਤ ਨਹੀਂ। ਫਿਰ ਸੁਣਿਓ, ਜਦੋਂ ਸਭ ਮੈਂ ਜੋਤ ਜੋਤ ਹੈ ਸੋਏ, ਜਿੰਨੇ ਸਰੀਰ ਨੇ ਇਹ ਮੇਰੇ ਪਰਮਾਤਮਾ ਦੀ ਆਪਣੀ ਮੂਰਤ ਹੈ। ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਭਾਈ ਨੰਦ ਲਾਲ ਸਾਹਿਬ ਦੀ ਇੱਕ ਗਜ਼ਲ ਦਾ ਸ਼ੇਰ ਹੈ। ਉਹ ਕਹਿੰਦੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ। ਜੇ ਤੇਰਾ ਦਿਲ ਸਾਫ਼ ਹੈ, ਤੇਰਾ ਮਹਿਬੂਬ ਤੇਰੇ ਦਿਲ 'ਚ ਹੈ। ਚਸ਼ਮਗਰ ਬੀਨਾ ਬਵਦ ਹਰ ਤਰਫ ਦੀਦਾਰ ਹਸਤ। ਜੇ ਤੇਰੀ ਅੱਖ ਮੈਲੀ ਨਹੀਂ ਤੇ ਹਰ ਪਾਸੇ ਪਿਆਰੇ ਦਾ ਦੀਦਾਰ ਹੀ ਪਿਆ ਹੋਇਆ ਹੈ। ਇਹਨੂੰ ਬੁੱਲੇ ਨੇ ਕਿਹਾ ਸੀ, ਬੁੱਲਿਆ ਸ਼ੌ ਤੇਰੇ ਤੋਂ ਵੱਖ ਨਹੀਂ, ਬਿਨ ਸ਼ੌ ਦੇ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂ ਹੀ ਤਾਂ ਜਾਨ ਸੁਕੇਂਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਹੈ। ਫਿਰ ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਨੇ ਜਿਹੜੀ ਜੋਤ ਤੁਹਾਡੇ 'ਚ ਮੇਰੇ 'ਚ ਵਰਤ ਰਹੀ ਹੈ, ਇਹ ਸਾਰੀ ਪਰਮਾਤਮਾ ਦੀ ਆਪਣਾ ਉਹਦੀ ਮੂਰਤ ਹੈ। ਸਤਿਗੁਰੂ ਕਹਿੰਦੇ ਹਜ਼ਾਰਾਂ ਨੇਤਰਾਂ 'ਚੋਂ ਦੇਖ ਰਿਹਾ, ਪਰ ਇੱਕ ਵੀ ਨੇਤਰ ਨਹੀਂ ਨਿਰਗੁਣ ਦਾ। ਹਜ਼ਾਰਾਂ ਉਹਦੇ ਪੈਰ ਨੇ, ਮੈਲੇ ਕਦੀ ਨਹੀਂ ਹੁੰਦੇ, ਪਰ ਇੱਕ ਵੀ ਪੈਰ ਨਹੀਂ ਉਹਦਾ। ਇਹ ਬਚਨ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ।
सहस तव नैन नन नैन कह तोहे को सहस मूरत नन्ना एक तोही। सहस का अर्थ है हज़ार, तेरिया हज़ारां अखां ने। प्यारिओ फिर इनू मेरी बेनती नूं सुनियो, शब्द थोड़ा जिहा गहरा है। जदों वो निर्गुण है कुछ भी नहीं, मुख ना मसारे ਉਹਦਾ कुछ नहीं, पर जदों आप जी ਉਹਦੀ सरगुण च झलक पाओगे, पर सरगुण ਦੀ बाहर ਦੀ झलक ਤਾਂ ਪੈਗੀ ਜੇ अंदर ਦੀ झलक ਹੋਵੇਗੀ। ਤਾਂ अंदर तो बिना बाहर दवैश च दिसदा, जे अंदर घर सुख वसिया बाहर सुख पाया। फिर बेनती सुनो, मैं चलो एक होर प्रमाण दे देना। ये सारी खेड बाहर का जो कुछ है ना, ये साडे अंदर ते निर्भर करता है। मैं एक बार अर्ज की सी, जैसी दृष्टि तैसी सृष्टि। एक रुख दे थल्ले 4 बंदे बैठे जी, संसार इको ही है। वो चारे गर्मी च आराम पै करन ते हवा चली। हवा चलने नाल रुख दियां टाहनियां आपस च खैन लगियां, पत्तियां दा खड़ाक शुरू हो गया। उन्हां विच एक कवि सी, उठ के बैठ गया, कहंदा वेखो परमात्मा दी कुदरत, इहदियां तां शाखावां भी कविता रचदियां पईयां ने, ये मात्रा ही नहीं कटन देंदियां। कमाल दी गल, इक्को जी रिदम इक्को जी लै। वो कहंदा रब दी रची होई रचना ये सारी कविता कर रही। दूजा संगीतकार उन्हें देखा, वो उठ के बैठ गया, कहंदा कल्ली कविता नहीं, तू ध्यान नाल सुण, इहदे पत्तियां विचों सुरां दी आवाज़ पई आउंदी है। ये पत्ते संगीत कर रहे हैं, ये 7 सुरां च आवाज़ दे रहे हैं, ये रिदम च बोल रहे हैं, लह च बोल रहे हैं। कवि कहंदा पत्ते कविता रच रहे हैं, संगीतकार कह रहा है कि असल च पत्तियां विचों सुरां दी आवाज़ आउंदी है। इन्नी देर नूं तेज़ हवा चली, एक पत्ता टुट के जमीन ते डिग्गा। उत्थे एक बैरागी बैठा सी, रो पिया, कहंदा लोको कल्ला बंदे नहीं मरना, इत्थे जो कुछ रब ने पैदा किया हर चीज़ ने एक दिन बिनसना है। उन्हें टुटे हुए पत्ते नूं कहा दुनिया नाशवंत है। हुण रुख इक्को वे, तिन्नां दी व्याख्या वखरी। एक नूं रुख दी आवाज़ विचों संगीत सुनाई दे रहा है, एक नूं रुख दे पत्तियां दे विचों कविता नज़म सुनाई दे रही है, एक नूं रुख दा पत्ता टुटा ते नाशवंता दिस रही, जिन्होंने बाबा साहब ने बाणी च कहा रुत फिरी वन कंबिया पत झड़े चड़पाहे चारे कुंडा ढूंढियां रहन कथाऊं नाखे। पत्ता टुट गया, नाशवंत है। एक घरों लड़ के आया सी मापियां नाल, वो दुखी बड़ा सी, अंदरों कलपिया सी। जदों तिन्ने जने सिफतां करी जान, संगीत है कविता है, रब रचनी कोई रचना च नाशवंता की गल करदा है, वो इन्ना दुखी हो गया, कहंदा चुप कर जो नकम्मिओ, कहंदा कल्ला मैं नहीं घर तो लड़ के आया, इत्थे पत्ता पत्ता ही लड़दा पिया है। हुण एक रुख है, मैं बेनती करा सब दी दृष्टि को नहीं। संसार वो कुछ है जो कोई तुसी अंदरों सोच रहे हो, इत्थे कुछ भी गंदा नहीं। जे अंदर गंद है तो प्यारिओ कुछ भी चंगा नहीं, जे अंदर निर्मल है तो इस संसार विच रंचक मात्र मैल ने। फिर थोड़ा जिहा गहरा सोचियो, मेरी बेनती नूं सुनियो। जे अंदर पवित्र है, मैं प्रमाण देन लगा बाणी चों, ते गुरु ग्रंथ साहिब च एक आवाज़ आउंदी, अज ना सुत्ती कंत स्यों अंग मुड़े मुड़ जाए, जाए पुछो दुहागणी तुम क्यों रहन व्याए। अंदर इन्ना पवित्र, इन्ना निर्मल, कहते ने अज पति नहीं घर च आया, सारा शरीर बदन थकिया पिया टुटिया पिया, क्योंकि वह वसल नहीं मिलिया। अंदर निर्मल होए ते काम दी वासना दा मिलाप भी राम बन जाता है। प्यारे जे अंदर मैला होवे ते राम दी गल करदा होया भी बंदा काम विच प्रवृत्त हो जाता है। सुनने वाली बेनती, हुण अंदर इन्ना पवित्र होवे। मैं अर्ज की दिल अगर दाना बवद अंदर कनारश यार हस्त, तेरा दिल साफ कोई नहीं, यार तां तेरे अंदर ही बैठे। फिर बेनती करा, जदों निर्गुण च देखोगे कुछ नहीं, सरगुण च देखोगे वह सब कुछ है। आ तुहाडियां अखां च मेरियां अखां च कौन बैठा है? एक जोत सारियां विच व्यापक है। मैं फिर बेनती करा, आने वाला समा जदों जदों शब्द दे अभ्यासी शब्द की कमाई करनगे, ये राज ये परतां खुलणगियां। जदों असीं कहने हैं ना जी दुनिया दुखी है, तो सिख कहते हैं नानक नाम चढ़दी कला तेरे भाने थरवादा पड़ा। क्यों सर्व सुख होवे असीं कहने नहीं, ਇਹਦਾ एक कारण ने। मैं तुसी शरीरक तौर ते भिन्न खां थोड़े जे, हालांकि बनतर पक्षों भिन्न नहीं, रूप करके असीं भिन्न खां,
क्योंकि काला कोई गोरा कोई फीना कोई कनक वेना, पर अंदरूनी तौर ते असी सारे एक सारे एक दूजे नाल बझे हाँ। फिर सुनियो, जदों एक पवित्र आत्मा किते भिज के कहती है सरबत दा भला होवे, ओदी आत्मा सर्व व्यापक हो जाती है, ओदे बोले होए बोलण सच्ची मुच्ची सारी लुकाई दा भला हो जाता है। फिर मेरी बेनती समझ गया आप जी, एक है सारियां थमां ते। हजूर ने कहा निर्गुण च कुछ नहीं, का नेत्र नहीं कुछ नहीं, पर जदों सरगुण च आउंदा उदों तां कहंदे ने तू इस तरह तुरना जिवें मस्त हाथी चलदा पिया। कमाल दी गल, जदों सरगुण च देखदे ने कहंदे अखां इस तरह सोहणियां जिवें खरनी दीयां अखां ने। असीं बचन पढ़ने हैं ना, तेरी चाल सुहावी मधुराड़ी बाणी, कोकन कोकला तरल जवानी, मैं प्रकरण चो दूर ना निकला। सतगुरु कहंदे ने कैसी आरती होए भव खंडना तेरी आरती, अनहता शब्द वाचंत पेरी, सहस तव नैन नन नैन कहे तोहे को, सहस मूर्त नन्ना एक तोही, सहस पद बिमल नन एक पद विश्राम, गंध बिन सहस तव गंध इव चलत मोही, तेरे हजारां पैर। महाराज कहते सब मैं जोत जोत है सोए, तिसदा चानन सब मैं चन्न होए। सतगुरु तुसी आरती कह रहे हो रही है, कहते ने एक गुरु की सिक्ख्या तो बिना आरती की समझ नहीं पैंदी। गुरसाखी जोत प्रगट होए, ज्योतिष भावै सो आरती होए, हर चरण कवल मुकरंद लोभित मनो, अन दिनों मोहे आई प्यासा, कृपा जल दे नानक सारंग को, होए जाते तेरा नाए वासा। मैं बेनती करा, जिस तरह आरती सर्व व्यापक दी हो रही है, पर इस गल नूं गुरु ने रास च लै लिया। ध्यान नाल सुनियो बेनती, अगे मैं एक एक तुक दे अर्थ कर दियां। रासधारी की करते हुंदे सन, अज भी मिलते ने, खास करके जन्म अष्टमी नूं रासधारी रास लीला रचते ने। पर प्यारिओ समा आया कृष्ण की रास करदियां करदियां, खिमा करियो लोक वासना विच लुप्त हो गए, ढिड तक सीमित रह गए। असली तत्त जिहड़ा रब्बी गीत सी वो मर गया, चेहरे मुरझा गए, लोग तमाशबीन बन के इकट्ठे होण लग पे। इन्हां ने रास पानी, लोकां ने ताड़ियां मार के हसना, मंगते बन गए रासधारी। अज मेरे सतगुरु ने साडी सुरत चुकी, कहन लगे आओ मैं परमात्मा की रची कोई रास विच तुहानूं ओहदी विस्माद रास विच लिजाना चाहना। इत्थे शब्द की वरते जी, घड़ियां सब्बे गोपियां, पहर कन गोपाल। मैं अर्थ कीते ने, रास मंडल का अर्थ है गोल दायरा। घड़ियां संस्कृत का एक शब्द है जी घटिका, एक शब्द है घट। पंजाबी च जिहड़ा घटिका शब्द सी वो घड़ी बन गया। घड़ी का अर्थ जिहड़ा असी कह रहे हैं ये घड़ी नहीं। थोड़े ਜਿਹੇ अर्थ मैं कर देना। एक बार अर्ज कीती सी, साडे गुरमत विच जिहड़ी समय दी सब तो छोटी इकाई है, जिवें इस घड़ी नूं बन्निया है ना जी, असीं कहने हैं समय दी सब तो छोटी इकाई एक सैकेंड है। 60 सैकेंड इकट्ठे होण ते 1 मिनट बनता, इस तरह है ना जी। पर जिहड़ी गुरमत विच सी समय दी वंड, समय दी सब तो छोटी इकाई सी कि जो परमात्मा ने शरीर की बनतर दिती है, नैचुरली तौर पर कुदरती तौर पर अखां दा एक वारी झमकना, ये साडे समय की सब तो छोटी पहली इकाई है। इनू बाणी च निमक शब्द वरत्या है। घड़ी की चीज़ है, क्योंकि मैं थोड़ा जिहा बेनती करनी चाहना, समा मेरा जिन्ना मर्जी लग जाए आसा की वार च, इच्छा मेरी है भावें 100-150 घंटा लगे, पर मन की तसली जरूर करानी अपने, क्योंकि आसा की वार मैं रोज़ ये गल कहना, गुरमुखो साडे जीवन में बहुत वड्डी तरक्की देंदी। हुण घड़ी लफ्ज़ ये कित्थों बनिया? मैं हैरान होया, कबीर साहब वेले घड़ी की गिनती काउंटिंग कुछ होर सी, भाई गुरदास साहब ने कुछ होर की। थोड़ा जिहे दे वल भी ध्यान। पहली गल कि घड़ी अज दे परपेख च घड़ी किन्ने टाइम दी, अख दा एक वारी झमकना एक फोरख है। इनू सोहला साहब च कहा जी, विश्व चसियां घड़ियां पहरां थित्ती वारी मां हुआ। एक ही चीज़, ये समय की वंड, ये रास लीला च आउण वालियां कम चीज़ां ने। असल च
ਅੱਖ 15 ਵਾਰੀ ਨੈਚੁਰਲੀ ਤੌਰ ਤੇ, ਜ਼ੋਰ ਨਾਲ ਨਹੀਂ, ਕੁਦਰਤੀ ਤੌਰ ਤੇ ਰੱਬ ਦੀ ਬਣਾਈ ਬੰਤਰ ਨਾਲ 15 ਵਾਰੀ ਅੱਖ ਝਮਕੇ, ਅੱਖ ਦੇ 15 ਫੋਰ ਇੱਕ ਵਿਸ਼ਾ ਬਣਦੇ ਨੇ। ਜਿਵੇਂ ਅਸੀਂ ਸਕਿੰਟ ਗਿਣਦੇ ਹਾਂ ਨਾ ਜੋੜ ਕੇ, ਅੱਖ ਦੇ 15 ਨਿਮਕ, 15 ਫੋਰ ਇੱਕ ਵਿਸ਼ਾ ਬਣਦੇ ਨੇ। 15 ਵਿਸ਼ੇ ਇਕੱਠੇ ਕਰ ਲਓ, ਘੜੀਆਂ ਵਿੱਚ ਵੈਗਰੂ ਵਿੱਚ ਆ ਗਿਆ ਨਿਮਕ, ਅੱਖ ਦੇ 15 ਫੋਰ ਇੱਕ ਵਿਸ਼ਾ ਨੇ। 15 ਵਿਸ਼ੇ ਨਹੀਂ, 15 ਵਿਸ਼ੇ ਇਕੱਠੇ ਹੋਣ ਤੇ ਇੱਕ ਚਸ਼ਾ ਬਣਦਾ। ਹੁਣ 30 ਚਸ਼ੇ ਇਕੱਠੇ ਕਰ ਲਓ ਤੇ ਇੱਕ ਪਲ ਬਣਦਾ। 60 ਪਲ ਇਕੱਠੇ ਹੋ ਜਾਣ ਤੇ ਇੱਕ ਘੜੀ ਬਣਦੀ ਹੈ, ਘੜੀਆਂ ਸਭੇ ਗੋਪੀਆਂ। 60 ਪਲ ਇਕੱਠੇ ਹੋਣ ਤੇ ਇੱਕ ਘੜੀ ਬਣਦੀ ਹੈ। 7.5 ਘੜੀਆਂ ਕਾਊਂਟਿੰਗ ਕਰ ਲਈਏ ਜਾਂ ਇਕੱਠੀਆਂ ਕਰ ਲਈਏ, ਇੱਕ ਪਹਿਰ ਬਣਦਾ ਹੈ। 8 ਪਹਿਰ ਇਕੱਠੇ ਕਰੀਏ ਤੇ ਦਿਨ ਤੇ ਰਾਤ ਬਣਦਾ ਹੈ। ਇਹਦੇ ਵਿੱਚੋਂ 7 ਵਾਰ ਨੇ, 12 ਮਹੀਨੇ ਨੇ, ਬਸ ਇਸ ਦੋਗਾ ਸਮਾਂ ਚੱਲਦਾ। ਮੇਰੀ ਬੇਨਤੀ ਹੈ, ਘੜੀ ਜਿਹੜਾ ਹੈ, ਸਤਿਗੁਰੂ ਕਹਿੰਦੇ ਜਿੰਨੀਆਂ ਘੜੀਆਂ ਨੇ, ਕਿਉਂਕਿ ਗੋਲ ਦਾਇਰੇ ਵਿੱਚ ਰਾਸ ਮੰਡਲ ਪਾਇਆ ਜਾ ਰਿਹਾ, ਜਿੰਨੀਆਂ ਘੜੀਆਂ ਨੇ ਉਹ ਵਾਰ-ਵਾਰ ਘੜੀ ਆ ਰਹੀ ਹੈ, ਨਿਮਕ ਵਾਰ-ਵਾਰ ਆ ਰਿਹਾ। ਸਤਿਗੁਰੂ ਕਹਿੰਦੇ ਨੇ ਇਦੋਂ ਵੱਡਾ ਗੋਲ ਦਾਇਰਾ ਕਿਹੜਾ ਮਿਲੇਗਾ, ਵਾਰ-ਵਾਰ ਸਮਾਂ ਆ ਰਿਹਾ। ਹਜ਼ੂਰ ਦੇ ਅੰਮ੍ਰਿਤ ਬੋਲ ਕਹਿੰਦੇ ਨੇ ਘੜੀਆਂ ਜਿਤਨੀਆਂ ਨੇ, ਇਹ ਘੜੀਆਂ ਸਭੇ ਗੋਪੀਆਂ, ਰੱਬ ਦੇ ਬਣਾਇਆ ਹੋਇਆ ਜਿਹੜਾ ਵਕਤ ਹੈ, ਘੜੀਆਂ ਨੇ, ਇਹ ਸਾਰੀਆਂ ਗੋਪੀਆਂ ਨੇ। ਅੱਗੇ ਸਤਿਗੁਰੂ ਕਹਿੰਦੇ ਨੇ ਪਹਿਰ ਕੰਨ ਗੋਪਾਲ। ਬਸ ਇਹਦੇ ਥੋੜ੍ਹੇ ਜਿਹੇ ਅਰਥ ਜ਼ਰੂਰ ਸੁਣਿਓ। ਮੈਂ ਪਹਿਰ ਦੇ ਅਰਥ ਕੀਤੇ ਨੇ 7.5 ਘੜੀਆਂ ਦਾ ਇੱਕ ਪਹਿਰ। ਜੇ ਚਲੋ ਅੱਜ ਕੱਲ੍ਹ ਪੜ੍ਹੇ ਲਿਖਿਆ ਨੇ ਕਾਊਂਟਿੰਗ ਕਰਨੀ ਹੋਵੇ, ਕਬੀਰ ਸਾਹਿਬ ਦੀ ਘੜੀ ਜਿਹੜੀ ਹੈ, ਕਿਉਂਕਿ ਮੈਂ ਥੋੜ੍ਹਾ ਜਿਹਾ ਤਾਂ ਕਹਿ ਦਿੱਤਾ ਹੈ, ਮੇਰੇ ਮਨ 'ਚ ਵੀ ਅੱਜ ਆਇਆ, ਭਾਈ ਕਬੀਰ ਸਾਹਿਬ ਕਹਿੰਦੇ ਨੇ 8 ਜਾਮ 64 ਘੜੀ, 64 ਘੜੀਆਂ ਕਹਿੰਦੇ ਨੇ, ਤਉ ਨਿਰਖ ਤਰੈ ਜੀਓ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ 8 ਹੀ ਪੈਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰੇ। ਹੁਣ 64 4 ਦਾ ਫਰਕ ਪੈ ਗਿਆ ਨਾ, 60 ਘੜੀ 64 ਘੜੀ। ਕਬੀਰ ਸਾਹਿਬ ਵਾਲੀ ਜਿਹੜੀ ਘੜੀ ਦਾ ਵਿਦਵਾਨਾਂ ਨੇ ਕੀਤਾ, ਉਹ 22 ਮਿੰਟ ਦੀ ਘੜੀ ਬਣੇਗੀ। ਜਿਹੜੀ ਭਾਈ ਗੁਰਦਾਸ ਸਾਹਿਬ ਜ਼ਿਕਰ ਕਰਦੇ ਨੇ ਸਮੇਂ ਦੀ ਵੰਡ ਨਾਲ, ਉਹ 24 ਮਿੰਟਾਂ ਦੀ ਘੜੀ ਬਣੇਗੀ। ਇਉਂ ਸਮਝ ਲਵੋ ਕਿ 24 ਮਿੰਟ ਦੀ ਇੱਕ ਘੜੀ ਬਣਦੀ ਹੈ, ਜੇ ਅੱਜ ਦੇ ਪਰਿਪੇਖ 'ਚ ਦੇਖੀਏ। ਸਤਿਗੁਰੂ ਕਹਿੰਦੇ ਨੇ ਜਿੰਨੀਆਂ ਵੀ ਘੜੀਆਂ ਨੇ, ਟਾਈਮ, ਇੱਕ ਇੱਕ ਘੜੀ ਗੋਪੀ ਸਮਝੋ, ਕਿਉਂਕਿ ਪਰਮਾਤਮਾ ਦੀ ਰਾਸ ਲੀਲਾ ਹੈ ਨਾ। ਘੜੀਆਂ ਸਭੇ ਗੋਪੀਆਂ, ਜਿੰਨੀਆਂ ਵੀ ਘੜੀਆਂ ਨੇ, ਆ ਘੜੀਆਂ ਦੇ ਅਰਥ ਕਿਤੇ ਆ ਨਾ ਦੂਜੇ ਕਰ ਜਾਓ ਜਿੰਨੀਆਂ ਹੱਥ ਤੇ ਬਣੀਆਂ ਨਹੀਂ, ਉਹ ਸਮੇਂ ਦੀ ਵੰਡ। ਉਹ ਸਾਰੀਆਂ ਘੜੀਆਂ ਮੰਨੋ ਗੋਪੀਆਂ ਦੀ ਤਰ੍ਹਾਂ ਨੇ। ਕਿਵੇਂ? ਹੁਣ ਮੰਨ ਲਓ ਅਸੀਂ ਟਾਈਮ ਨੂੰ ਜਦੋਂ ਵੀ ਕਹਾਂਗੇ ਸਕਿੰਟ ਮਿੰਟ ਭੁੱਲਾਂਗੇ ਤੇ ਨਹੀਂ ਨਾ, ਘੜੀ ਵਾਰ-ਵਾਰ ਘੁੰਮ ਰਹੀ ਹੈ, ਚੱਕਰ ਹੈ ਨਾ ਜੀ ਘੜੀ। ਜੇ ਅਸੀਂ ਜੋ ਸਿਸਟਮ ਬਣਾਇਆ ਗਿਆ ਘੜੀ ਦਾ, ਚਲੋ ਦੂਜੀ ਜਿਹੜੀ ਇਲੈਕਟ੍ਰੋਨਿਕ ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਆਹ ਘੜੀ ਘੁੰਮ ਰਹੀ ਹੈ, ਗੋਲ ਹੈ। ਗੁਰੂ ਸਾਹਿਬ ਕਹਿੰਦੇ ਰਾਸ ਮੰਡਲ ਵੀ ਤਾਂ ਗੋਲ ਹੈ। ਇਹ ਸੂਈ ਵਾਰ-ਵਾਰ ਇੱਕ ਦੂਜੇ ਤੋਂ, ਭਾਵਾਂ ਕਿ ਲੰਘਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ, ਪਰ ਸਮੇਂ ਦੀ ਗਿਣਤੀ ਮੁਤਾਬਕ ਤਾਂ ਘੁੰਮਦੀ ਪਈ ਹੈ। ਸਤਿਗੁਰੂ ਕਹਿੰਦੇ ਨੇ ਜਿੰਨੀਆਂ ਘੜੀਆਂ ਘੁੰਮਦੀਆਂ ਪਈਆਂ ਨੇ, ਸੱਚ ਇਹ ਵੇ ਮੇਰੇ ਪਰਮਾਤਮਾ ਦੀ ਰਾਸ ਲੀਲਾ ਵਿੱਚ ਗੋਪੀਆਂ ਨੇ। ਘੜੀਆਂ ਸਭੇ ਗੋਪੀਆਂ। ਅੱਗੇ ਮਹਾਰਾਜ ਕਹਿੰਦੇ ਨੇ ਪਹਿਰ ਕੰਨ ਗੋਪਾਲ। ਪਹਿਰ ਮੈਂ ਅਰਥ ਕਰ ਦਿੱਤੇ ਨੇ। ਅੱਜ ਦੇ ਪਰਿਪੇਖ 'ਚ ਜੇ ਗੁਰਮੁਖੋ ਪਹਿਰ ਅਸੀਂ ਪੁੱਛਣਾ ਜੀ, ਇਹ ਪਹਿਰ ਕਿੰਨੇ ਘੰਟੇ ਦਾ ਹੁੰਦਾ? ਅਸਲ 'ਚ 3 ਘੰਟੇ ਦਾ ਇੱਕ ਪਹਿਰ ਹੁੰਦਾ ਜੀ। ਭਾਈ ਸਾਹਿਬ ਬੈਠੇ ਨੇ, ਜਦੋਂ ਅਸੀਂ ਕਹਿੰਦੇ ਪਿਛਲ ਪਹਿਰ, ਕਿਉਂਕਿ ਰਾਤ ਦਾ ਪਿਛਲ ਪਹਿਰ ਸਿਆਲ ਵਿੱਚ ਕੁਝ ਟਾਈਮ ਇਸ ਨਾਲ ਜੋਖੋਗੇ ਤੇ ਟਾਈਮ ਨਹੀਂ ਬਣੇਗਾ, ਗਰਮੀ 'ਚ ਪਹਿਰ ਕੁਝ ਹੋਰ ਬਣੇਗਾ। ਜਿੰਨੀ ਕੁ ਸੋਝੀ ਮਾਲਕ ਨੇ ਦਿੱਤੀ, ਦਿਨ ਦੀ ਲੋ ਲੱਗਣ ਤੋਂ ਪਹਿਲਾਂ, ਸੂਰਜ ਦੀ ਲੋ ਨਹੀਂ, ਦਿਨ ਦੀ ਲੋ ਚਿੱਟਾਪਨ ਆਉਣ ਤੋਂ ਪਹਿਲਾਂ 3 ਘੰਟੇ ਗਿਣ ਲਵੋ, ਚੇਤੇ ਰੱਖਿਓ ਪਿਛਲ ਪਹਿਰ ਹੈ। ਸਵਾ ਪਹਿਰ ਗਿਣੋਗੇ ਤਾਂ ਹੋਰ ਟਾਈਮ ਵਧਾ ਲਓ। 3 ਘੰਟੇ ਜਿਹੜੇ ਨੇ ਉਹ ਇੱਕ ਪਹਿਰ ਨੇ ਜੀ। ਫਿਰ ਬੇਨਤੀ ਕਰਾਂ, ਕਿਉਂਕਿ 3 ਘੰਟੇ ਹੋਣਗੇ ਤੇ 4 ਪਹਿਰ ਦਿਨ ਤੇ 4 ਪਹਿਰ ਰਾਤ, 24 ਘੰਟੇ ਹੋ ਗਏ ਨਾ ਜੀ। ਹੁਣ ਉਹ 3 ਪਹਿਰ ਜਿਹੜੇ ਨੇ, ਸਤਿਗੁਰੂ ਕਹਿੰਦੇ ਨੇ ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ। 8 ਪਹਿਰ ਜਿਹੜੇ ਨੇ, ਇਹ ਕੰਨ ਦਾ ਅਰਥ ਕ੍ਰਿਸ਼ਨ ਤੇ ਗੋਪਾਲ ਦਾ ਅਰਥ ਇੱਥੇ ਕ੍ਰਿਸ਼ਨ ਨਹੀਂ ਕਰਾਂਗੇ, ਕਿਉਂਕਿ ਗੋਪੀਆਂ ਤੇ ਗੋਪੇ ਜਿਨ੍ਹਾਂ ਨੂੰ ਗਵਾਲੇ ਕਿਹਾ ਜਾਂਦਾ ਹੈ। ਉਂਝ ਗੋਪਾਲ ਦਾ ਆਖਰੀ ਅਰਥ ਹੈ ਧਰਤੀ ਦੀ ਪਾਲਣਾ ਕਰਨ ਵਾਲਾ।
पर इत्थे गोपाल का अर्थ किया गया कन गोपाल कृष्ण और उस दे गोपे। गोपे मीनस ओदे साथी, ओदे सखे, ओदे मित्र जेडे रास लीला शामिल ने। सतगुरु कहते जिन्ना टाइम दियां घड़ियां ने ये गोपियां ने, जिन्ने भी पैर ने साडे जिंदगी दे लंघदे पे प्यारिओ आउंदे ने लंघ जांदे ने। तुसीं देखो रास मंडल कैसा हुण कोई गोल दायरे च खेल कर रहा है रास लीला। कृष्ण दे सामने एक आया वो नचदा चला गया, दूजा आया चला गया। तो इस तरह ही चक्कर है ना। मैं थोड़े जे गहरे दे अर्थ करने चाहना, सीधे ने। हर समा जिहड़ा आया अगे निकल गया। सतगुरु कहते तेरे जिंदगी दियां जिन्नियां घड़ियां ने आ बाहर बनिया हुई गोपियां ने, जिन्ने पैर ने ये गोपे कृष्ण दे सखे ने, क्योंकि ये भी चक्कर विच आए हुए आउंदे ने ते अगों फिर चले जाते हैं। आए तो चले गए। घड़ियां सभे गोपियां, पैर कन गोपाल। ਇਹਦਾ पाठ गोपाल नहीं करना, गग्गे नूं औंकड़ ला के नहीं करना, होड़ा लगा है गोपाल। ये सारे गोपे ने पहरे। महाराज कहते ने गहने पाउण पानी बैसंतर। कहते ने हुण जदों सांग रास लीला करते हैं उदों उन्होंने गहणियां की लोड़ पैंदी। अजकल दियां पिक्चरां कह लो, मान लो कोई मूवी बनाता है ना, उन्होंने कपड़े भी लियाने। जे राजे दे कपड़े बनाने ने तो राजियां वाली पोशाक बनानी पैगी, राजा बनाने। कन्नां दे वाले लैने पैंदे ने, कईयां नूं नकली केस लांदे ने, कई नकली तरह के चेहरे बनाते हैं। सतगुरु कहते ने ये घड़ियां गोपियां ने, पैर जितने ने ये कृष्ण दे सखे ने, ते इन्हां दे गहने की ने? गहने पाउण पानी बैसंतर। ये सतगुरां ने शब्द वरते। चंद सूरज अवतार। कमाल कर दी सतगुरां ने। मैं थोड़े जे अर्थ आम टीका करा तो हट के करांगा, जिथे तुसीं मैनूं सलाह दोगे मैं मन्नांगा। मेरे मन च अज आया दो शब्द वरते ने, चंद सूरज अवतार। ते अगले श्लोक च भी कृष्ण अगे जो श्लोक होना है तो राजा राम जी का जिक्र। चंद सूरज अवतार क्यों? क्योंकि जदों तुसीं कृष्ण जी के इतिहास नूं पढ़ोगे वो चंद्रबंसी ने, जदों रामचंद्र जी की तवारीख पढ़ोगे तो सूरजबंसी ने। सतगुरु कहते हैं एक कृष्ण की रास लीला कर रहा है, दूजा रामचंद्र जी की राम लीला कर रहा है। कहते हैं आ देखो सूरज ते चंद्रमा रब ने दो अवतार बना दिते ने। आ जिन्ने भी समय यदी चार चफेरे परिक्रमा करने वाला ये रब की रची हुई रास विच गोपियां गवाले ने। हुण इन्हां दे गहने की ने? पाउण पानी बैसंतर। ध्यान नाल सुनियो। पानी इहदा सज्जना ने अर्थ 12 महीनों नाल कीता है। कहते ने जदों पानी वरसदा है, बारिश हुंदी है, चमासे चमासे इस तरह चमासा 3-3 महीनों दे 4-4 महीने इकट्ठे कर लो, 3 बन गई बना लो, चौमासा बन गया। चौमासा मीन 4 महीने। इत्थे शब्द वरते ने पाउण पानी बैसंतर। कदी समा आउंदा 4 महीने ठंडी खवा रुमकदी पई, ये रब दा गहना है। कदी समा आउंदा है जदों मींह पैंदा है। मैं देखो अर्थ हट के कर रहा। जदों मींह पैंदा रब दे बनाए हुए समय अनुसार जदों रज के बारिश पैंदी है, ये भी रब दियां गोपियां ते जेड़े गवाले ने उन्हां दे गहने ने। गहने पाउण पानी बैसंतर। नहीं समझ सकना, आप हो गए थोड़े जे रुखे। असी रुख नाल तां कदी गल ही नहीं की। फिर बेनती ये नहीं मैं रुख की पूजा कर रहा, कदी रुख नूं सोचिया मेरे वेड़े च लगा रुख मेरियां गल्लां सुन रहा है। हालांकि सिद्ध हो चुका है। मैं एडमिंटन सी, उत्थे एक बहुत सियाणे साडे साइंटिस्ट ने जी, गुरमुख वीर, बड़ी भावना वाले नाम अभ्यासी। उन्होंने बहुत सोहणियां गल्लां मैनूं कहंदे ने, भाई साहब एवें सरोवरां नूं कर्मकांड कर्मकांड करके खंडन ना करन दिओ। मैं चुप कर गया। कहते ने असल च पानी बड़ी वड्डी तत्त है, जीव है, पानी जिंद है। कहता मैं किताब लिख रहा कि जिस पानी दे ऊपर निरंतर गुरु की बाणी पढ़ी जाएगी वो पानी पीण वाले का भी अंदर जरा टिक जाएगा। कहता अन्न एक जिंदगी है। फिर ध्यान नाल सुनियो। अन्न जदों असीं रोटी खाने सुक्की हुई रोटी निर्जिंद नहीं,
ਜੇ ਇਹ ਨਰਜਿੰਦ ਹੋਵੇ ਤੇ ਸਾਡੇ 'ਚ ਖੂਨ ਕਿਉਂ ਬਣੇ? ਤੁਸੀਂ ਤਪਾ ਵੀ ਦਿੱਤਾ, ਪਕਾ ਵੀ ਦਿੱਤਾ, ਪਰ ਖਾਂਦਿਆਂ ਫਿਰ ਲੋ ਬਣਾਉਂਦੀ ਪਈ। ਨਹੀਂ, ਉਹ ਕਹਿੰਦੇ ਜੇ ਅੰਨ ਉੱਤੇ ਵੀ ਗੁਰੂ ਕੀ ਬਾਣੀ ਪੜੀ ਜਾਏਗੀ, ਸੱਚੇ ਵੇ ਅੰਨ ਬੜੀ ਛੇਤੀ ਸ਼ਬਦ ਦਾ ਅਸਰ ਕਬੂਲੇਗਾ। ਤੇ ਮੈਨੂੰ ਉਦੋਂ ਯਾਦ ਆ ਗਿਆ, ਗੁਰੂ ਨਾਨਕ ਨੇ ਮਲਕ ਭਾਗੋ ਦੇ ਘਰ ਕਿਉਂ ਨਾ ਰੋਟੀ ਖਾਧੀ? ਉਹ ਸਮਰੱਥ ਨੇ। ਅਸੀਂ ਨਹੀਂ ਜੇ ਪੁੱਛਦੇ ਸੱਚੀ ਗੱਲ, ਝੂਠ ਅਸੀਂ ਕਿਉਂ ਬੋਲੀਏ ਸਟੇਜ ਤੇ ਬੈਠੇ? ਅਸੀਂ ਕਦੀ ਨਹੀਂ ਪੁੱਛਦੇ ਤੇਰੀ ਕਿਰਤ ਕੀ ਏ। ਪਰ ਬਾਬਾ ਜਿਹਦੇ ਵਿਹੜੇ ਜਾਂਦਾ ਸੀ ਪਹਿਲਾਂ ਕਹਿੰਦਾ ਸੀ, ਦੱਸ ਤੂੰ ਰੋਟੀ ਕਮਾਈ ਕਿਹਦੇ ਨਾਲ ਹੈ, ਤੇਰੀ ਕਿਰਤ ਕੀ ਹੋਏ? ਅਸੀਂ ਨਹੀਂ ਪੁੱਛਦੇ, ਕਿਉਂਕਿ ਸਾਡੇ ਵਾਸਤੇ ਤਾਂ ਲਿਫਾਫਾ ਹੀ ਸਭ ਕੁਝ। ਬਖਸ਼ ਦਿਆ ਜੇ ਮੈਨੂੰ, ਸੱਚਾਈ ਮੰਨ ਲੈਣੀ ਚਾਹੀਦੀ ਹੈ। ਜੇ ਕਿਤੇ ਚੰਗੀ ਕਿਰਤ ਵਾਲਾ ਸੁੱਕੀ ਰੋਟੀ ਉੱਤੇ ਇੱਕ ਬੀਬੀ ਭੈਣ ਬੰਦਗੀ ਕਰੇ, ਮੈਂ ਕਹਿੰਦਾ ਉਹਦੇ ਪਰਿਵਾਰ ਦੇ ਜੀਆਂ ਦਾ ਸੁਭਾਅ ਚੇਂਜ ਹੋ ਜਾਏਗਾ। ਹੁਣ ਨਹੀਂ ਰਿਹਾ, ਕਿਉਂਕਿ ਅਸੀਂ ਡਾਂਗ ਲੈ ਕੇ ਪੈ ਗਏ ਪਿੱਛੇ, ਰੂਹਾਨੀਅਤ ਪਿੱਛੇ ਜਿੰਨੇ ਅਸੀਂ ਪਏ ਹਾਂ। ਵਾਹਿਗੁਰੂ ਸਾਨੂੰ ਬਚਾ ਲੈ। ਨਾਮ ਨਾ ਜਪੋ ਗੱਲ ਵੱਖਰੀ ਹੈ, ਪਰ ਇਹ ਤੇ ਨਾ ਖੰਡਨ ਨਾ ਕਰੋ, ਸਿਮਰਨ ਹੁੰਦਾ ਨਹੀਂ, ਨਾਮ ਹੁੰਦਾ ਨਹੀਂ। ਮੈਂ ਬਾਪ ਨੂੰ ਪਿਆਰ ਨਹੀਂ ਕਰਦਾ, ਪਰ ਮੈਂ ਇਹ ਤਾਂ ਅੰਦਰੋਂ ਮੰਨਣਾ ਮੇਰਾ ਬਾਪ ਹੈ। ਜੇ ਮੈਂ ਖੈ ਮੰਨਾਂਗਾ, ਨਹੀਂ ਪਿਆਰ ਕਰਦਾ, ਖੈ ਕਹਾਂਗਾ, ਤਾਂ ਵੀ ਮੇਰੇ ਤੇ ਕਿਰਪਾ ਕਰੇਗਾ। ਤੇ ਜਿਹੜਾ ਬਾਪ ਨੂੰ ਮੰਨਣ ਤੋਂ ਇਨਕਾਰ ਕਰਦਾ, ਉਸ ਬੰਦੇ ਦਾ ਬਣੇਗਾ ਕੀ? ਮੇਰੀ ਬੇਨਤੀ ਹੈ, ਪੁਰਾਤਨ ਸਮੇਂ ਜੀ ਆ ਲੰਗਰ 'ਚ ਕਿਉਂ ਸਤਿਨਾਮ ਵਾਹਿਗੁਰੂ ਕਿਹਾ ਜਾਂਦਾ? ਪਰ ਇਹ ਮੇਰਾ ਵਿਸ਼ਾ ਨਹੀਂ। ਕਦੀ ਮੌਕਾ ਮਿਲਿਆ, ਅੰਨ, ਮਨ ਤੇ ਤਨ ਤੇ ਚੌਥੀ ਆਤਮਾ ਸੀ, ਤਿੰਨਾਂ ਦੀ ਗੱਲ ਇੱਕ ਦਿਨ ਕਰਾਂਗੇ। ਤੁਸੀਂ ਲੰਗਰ 'ਚ ਫੁਲਕਾ ਤੇ ਦਾਲ ਰੱਖ ਦਿਓ, ਫੁਲਕੇ ਤੇ ਥੱਲੇ ਮਿੱਟੀ ਪਈ ਏ, ਸੜਕ ਤੇ ਲੱਗਾ ਹੋਇਆ ਲੰਗਰ ਗੁਰੂ ਕਾ ਸਤਿਨਾਮ ਵਾਹਿਗੁਰੂ ਕਹਿ ਕੇ ਪੱਕਿਆ ਹੋਇਆ ਪ੍ਰਸ਼ਾਦਾ ਜਦੋਂ ਮੂੰਹ 'ਚ ਪਾਉਂਦੇ ਹਾਂ, ਅਸੀਂ ਕਹਿੰਦੇ ਹਾਂ ਸਵਾਦ ਆ ਗਿਆ। ਇਹਦੇ ਸਾਹਮਣੇ ਰੈਸਟੋਰੈਂਟ ਕੀ ਹੋਣਾ? ਚੇਤੇ ਰੱਖਿਓ, ਉਸ ਦਾਲ ਦੇ ਦਾਣਿਆਂ ਵਿੱਚ ਮੇਰੇ ਗੁਰੂ ਦੀ ਆਵਾਜ਼ ਸਮੋਈ ਹੋਈ। ਪੁਰਾਤਨ ਸਮੇਂ ਸਾਡੇ ਗੁਰਸਿੱਖ ਜੀ ਜਦੋਂ ਘਰ 'ਚ ਹੱਥ ਵਾਲੀਆਂ ਚੱਕੀਆਂ ਸਨ ਨਾ ਬੀਬੀਓ ਭੈਣੋ, ਉਦੋਂ ਜਿਵੇਂ ਹੁਣ ਤਾਂ ਸਭ ਕੁਝ ਛਣਿਆ ਆ ਜਾਂਦਾ ਹੈ ਨਾ, ਆਪਾਂ ਛੱਟਦੇ ਸਾਂ, ਚੌਲ ਛੱਟਣੇ, ਚਣੇ ਛੱਟਣੇ। ਉਹ ਕੀ ਕਰਦੀਆਂ ਸਨ ਕਿ ਵੇਲੀਆਂ ਬਹਿਣਾ ਨਾ, ਤੇ ਇਹ ਭਾਂਡੇ 'ਚੋਂ ਮਿੱਟੀ ਦੇ ਭਾਂਡੇ ਸਨ, ਉਹਨਾਂ ਕਹਿਣਾ ਕੁੜੀਓ ਇੱਕ ਕੰਮ ਕਰੋ, ਲਓ ਥਾਲੀ 'ਚ ਛੋਲੇ ਪਾ ਲਓ ਤੇ ਇੱਕ ਇੱਕ ਦਾਣੇ ਉੱਤੇ ਇੱਕ ਇੱਕ ਮੂਲ ਮੰਤਰ ਦਾ ਪਾਠ ਕਰੋ। ਹੁਣ ਉਹ ਦਾਣਾ, ਇਹਨੂੰ ਤਵੀਤਾਂ ਧਾਗਿਆਂ ਨਾਲ ਨਾ ਲੈ ਜਾਇਓ, ਇੱਕ ਇੱਕ ਦਾਣੇ ਤੇ ਜਦੋਂ ਗੁਰੂ ਪੜਿਆ ਗਿਆ, ਉਸ ਦਾਣੇ 'ਚ ਇੱਕ ਜਿੰਦ ਸੀ। ਅੰਨ ਵਿੱਚ ਐਨਰਜੀ ਹੈ। ਜੇ ਅੰਨ ਨਾ ਹੋਵੇ ਤੇ ਮਾਂ ਦਾ ਖੂਨ ਨਹੀਂ ਬਣਦਾ, ਅੰਨ ਨਾ ਹੋਵੇ ਤੇ ਪਿਤਾ ਦਾ ਬਿੰਦ ਨਹੀਂ ਬਣਦਾ। ਉਸ ਦਾਣੇ ਤੇ ਗੁਰੂ ਗੁਰੂ ਜਪਿਆ ਜਾਣਾ, ਤੇ ਜਦੋਂ ਉਹ ਦਾਣਾ ਸੁੱਕੀ ਰੋਟੀ ਵੀ ਖਾਈ ਜਾਣੀ, ਕਹਿਣਾ ਸਵਾਦ ਆ ਗਿਆ। ਸ਼ਾਇਦ ਇਹੀ ਕਾਰਨ ਗੁਰਦੇਵ ਦਾ ਇੱਕ ਬੋਲ ਹੈ, ਸੰਤਨ ਕਾ ਦਾਨਾ ਰੂਖਾ, ਪਰ ਉਸ ਸੰਤ ਦੇ ਦਾਣੇ ਤੇ ਗੁਰੂ ਜਪਿਆ ਗਿਆ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ 36 ਪ੍ਰਕਾਰ ਤੇ ਬਿਖੂ ਸਮਾਨ। ਫਿਰ ਬੇਨਤੀ ਸੁਣਿਓ, ਮੈਂ ਜਿਹੜੀ ਅਰਜ਼ ਕਰ ਲੱਗਾ ਵਾਂ, ਪਰ ਕਰਨ ਤੋਂ ਦੂਰ ਨਹੀਂ ਜਾਵਾਂਗਾ। ਪਰਮਾਤਮਾ ਦੀ ਰਚੀ ਹੋਈ ਇਸ ਰਚਨਾ ਵਿੱਚ ਮੈਂ ਫਿਰ ਆਪਣੇ ਸਬਜੈਕਟ ਤੇ ਆਵਾਂ ਕਿ ਉਹਦੀ ਰਾਸ ਲੀਲਾ ਹੋ ਰਹੀ ਹੈ। ਸਤਿਗੁਰੂ ਕਹਿੰਦੇ ਨੇ ਆ ਪਰਮਾਤਮਾ ਦੇ ਗਹਿਣੇ ਦੇਖੋ ਕੀ ਨੇ ਰਾਸ ਲੀਲਾ ਤੇ। ਉਹਦੀ ਰਚਨਾ 'ਚ ਜਦੋਂ ਕਿਤੇ ਠੰਡ ਪੈਂਦੀ ਹੈ, ਬਰਫ਼ ਪੈਂਦੀ ਹੈ, ਚਲੋ ਇੱਥੇ ਮੰਨ ਲਓ ਬਰਫ਼ ਕਿਤੇ ਦੂਰ ਪਈ, ਗਹਿਣੇ ਚਮਕਦੇ ਪਏ, ਇਹੀ ਅਰਥ ਹੋਣਗੇ। ਅਸੀਂ ਠੰਡੀ ਹਵਾ ਚੱਲੇਗੀ ਕਹਾਂਗੇ ਮੌਸਮ ਬੜੇ ਕਮਾਲ ਦਾ, ਪਰ ਗੁਰੂ ਚੱਲਦੀ ਹੋਈ ਹਵਾ ਨੂੰ ਵੀ ਕਹੇਗਾ ਕਿ ਮੇਰੇ ਪਰਮਾਤਮਾ ਦੀ ਰਾਸ ਲੀਲਾ ਵਿੱਚ ਇਹ ਗਹਿਣੇ ਨੇ ਜਿਹੜੇ ਗਵਾਲਿਆਂ ਨੇ ਪਾਏ ਨੇ। ਘੜੀਆਂ ਸੱਬੇ ਕੋਪੀਆਂ ਪਹਿਰ ਕੰਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ। ਜਦੋਂ ਸੁਰਤ ਨੂੰ ਉਠਾਵਾਂਗੇ, ਮੇਰੀ ਬੇਨਤੀ ਹੈ, ਇਹ ਜੋ ਪ੍ਰਕਿਰਤੀ 'ਚ ਬਣਿਆ ਕੁਛ ਵੀ ਮਾੜਾ ਨਹੀਂ, ਪਰ ਆਪਾਂ ਤਾਂ ਨਹੀਂ ਇਸ ਚੀਜ਼ ਨੂੰ ਇੰਨਾ ਲਾਇਕ, ਕਿਉਂਕਿ ਅਸੀਂ ਘੁੱਟ ਗਏ। ਮੇਰਾ ਗੁਰੂ ਕੱਲਾ ਗੁਰਦੁਆਰੇ 'ਚ ਨਹੀਂ, ਗੁਰਦੁਆਰੇ ਤਾਂ ਆਉਂਦੇ ਆ ਕਿ ਅਸੀਂ ਗੁਰੂ ਨੂੰ ਬਾਹਰ ਲਿਜਾ ਸਕੀਏ। ਫਿਰ ਸੁਣਿਓ, ਇਹਦਾ ਮਤਲਬ ਇਹ ਨਹੀਂ ਬਾਹਰ ਲੈ ਜਾਣ ਦਾ, ਸਰੂਪ ਬਾਹਰ ਲੈ ਜਾਣਾ। ਗੁਰਦੁਆਰੇ ਅਸੀਂ ਤਾਂ ਆਉਂਦੇ ਹਾਂ, ਸਾਨੂੰ ਇਹ ਅਨੁਭਵ ਦੇ ਅਸੀਂ ਫੈਕਟਰੀ ਵਿੱਚ ਕੰਮ ਕਰੀਏ, ਪਰ ਮੇਰਾ ਗੁਰੂ ਨਾਨਕ ਮੇਰੇ ਨਾਲ ਖਲੋਤਾ ਹੋਵੇ। ਮੈਂ ਜਹਾਜ਼ ਵਿੱਚ ਉੱਡਾਂ, ਮੇਰਾ ਗੁਰੂ ਮੇਰੇ ਨਾਲ ਹੋਵੇ। ਬਸ ਆਹ ਜਿਹੜਾ ਸ਼ਲੋਕ ਹੈ ਇਹ ਸੀਮਾ 'ਚ ਨਹੀਂ ਵੱਜੇਗਾ। ਫਿਰ ਬੇਨਤੀ ਕਰਾਂ, ਇਹਨੂੰ ਅਮਰੀਕਾ 'ਚ ਅਰਥ ਕਰ ਲਓ, ਇਹਨੂੰ ਕੈਨੇਡਾ 'ਚ ਅਰਥ ਕਰ ਲਓ। ਰਵਿੰਦਰਨਾਥ ਟੈਗੋਰ ਦਾ ਸ਼ਾਂਤੀ ਨਿਕੇਤਨ ਮੈਂ ਬੁਗਾਲ 'ਚ ਜਾਣਾ ਜੀ। ਆਹ ਜਿਹੜਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਨਾ,
ਮਸਕੀਨ ਸਾਹਿਬ ਕਹਿੰਦੇ ਸਨ ਫੱਟੀ ਤੇ ਲਿਖ ਕੇ ਲਾਇਆ ਹੋਇਆ ਉਹਨਾਂ ਨੇ। ਟੈਗੋਰ ਕਹਿੰਦਾ ਸੀ ਇੰਨੇ ਕਮਾਲ ਦੀ ਰਚਨਾ ਹੈ। ਉਹ ਕਵੀ ਸੀ। ਉਹ ਕਹਿੰਦਾ ਦੁਨੀਆ ਦੇ ਲੋਗੋ ਜੇ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਧਰਾਤਲ ਦੇ ਨਾਮ ਤੇ ਦੀਵਾਰਾਂ ਨੂੰ ਤੋੜ ਕੇ ਸਿਰਫ ਇੱਕ ਕਾਦਰ ਤੇ ਕਰਤੇ ਦੀ ਗੱਲ ਕਰਨ ਵਾਲੀ ਕੋਈ ਰਚਨਾ ਹੈ ਤੇ ਗੁਰੂ ਨਾਨਕ ਦੀ ਰੱਬ ਦੀ ਕੀਤੀ ਹੋਈ ਆਰਤੀ ਹੈ। ਇਹ ਹਰ ਤਰ੍ਹਾਂ ਇਹ 'ਚ ਕੋਈ ਸਿੱਖ ਦਾ ਜ਼ਿਕਰ ਹੈ। ਇੱਥੇ ਦੇਖੋ ਗੱਲ ਕਹੀ ਸਹਿਜ ਤਵ ਨੈਣ ਨਨ ਨੈਣ ਹੈ ਤੋਹੇ ਕੋ। ਫਿਰ ਬੇਨਤੀ ਹੈ ਘੜੀਆਂ ਜਿਤਨੀਆਂ ਨੇ ਟਾਈਮ ਜਿਹੜਾ ਘੁੰਮ ਰਿਹਾ ਇਹ ਗੋਪੀਆਂ ਨੇ, ਕਿਉਂਕਿ ਗੋਪੀਆਂ ਗੋਲ ਗਦਾਰੇ 'ਚ ਘੁੰਮਦੀਆਂ ਨੇ। ਅਸੀਂ ਪੇਂਡੂ ਸ਼ਬਦ ਵਰਤਨੇ ਗੋਲ ਗਤਾਰਾ, ਪਰ ਹੈ ਤਾਂ ਗੋਲ ਦਾਇਰਾ ਹੀ ਨਾ। ਪਰ ਉਹ ਵੀ ਸ਼ਬਦ ਜਿਹੜੇ ਅਸ਼ੁੱਧ ਸਨ ਉਹ ਵੀ ਬੜੇ ਚੰਗੇ ਸਨ, ਉਹਨਾਂ ਦਾ ਆਪਣਾ ਸਵਾਦ ਸੀ। ਜਿੰਨੀਆਂ ਘੜੀਆਂ ਨੇ ਇਹ ਮੰਨ ਲਓ ਸਕਿੰਟ ਘੁੰਮ ਰਹੇ ਨੇ, ਇਹ ਗੋਪੀਆਂ ਨੇ। ਘੰਟੇ ਨੇ ਮੰਨ ਲਓ ਅੱਜ ਇਹ ਰੱਬ ਦੇ ਬਣਾਏ ਹੋਏ ਕ੍ਰਿਸ਼ਨ ਦੇ ਸਖੇ ਨੇ, ਘੁੰਮ ਰਹੇ ਨੇ। ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ। ਆ ਚੰਦਰਮਾ ਤੇ ਸੂਰਜ ਮੰਨ ਲਓ ਰੱਬ ਦੇ ਅਵਤਾਰ ਨੇ ਉਹਦੀ ਰਾਸ ਲੀਲਾ 'ਚ। ਸਤਿਗੁਰੂ ਕਹਿੰਦੇ ਨੇ ਅੱਗੇ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ। ਸਗਲੀ ਧਰਤੀ ਜਿੰਨੀ ਜ਼ਮੀਨ ਹੈ, ਇਸ ਜ਼ਮੀਨ ਤੇ ਜਿੰਨਾ ਮਾਲ ਤੇ ਧਨ ਹੈ। ਹੁਣ ਇਹਨੂੰ ਦੇਖਿਓ ਕਮਾਲ ਦੇ ਅਰਥ ਸੁਰਤ ਕੈਸੀ ਚੁੱਕੀ ਬਾਬਾ ਜੀ ਨੇ। ਹੁਣ ਜਦੋਂ ਸਟੇਜ ਤੇ ਕੋਈ ਕਰੈਕਟਰ ਜਾਂ ਕੋਈ ਐਕਟਰ ਕਰਦਾ ਹੈ, ਖੇਡ ਕਰਦਾ ਹੈ, ਉੱਥੇ ਮਰਦੇ ਵੀ ਨੇ। ਇਸ ਤਰ੍ਹਾਂ ਹੈ ਨਾ ਜੀ, ਇੱਕ ਦੂਜੇ ਨੂੰ ਗਾਲਾਂ ਵੀ ਕੱਢਦੇ ਨੇ, ਇੱਕ ਦੂਜੇ ਨੂੰ ਭੈੜਾ ਵੀ ਬੋਲਦੇ ਨੇ, ਇੱਕ ਦੂਜੇ ਦੇ ਵਿਰੋਧ ਵਿੱਚ ਵਾਰ ਵੀ ਕਰਦੇ ਨੇ। ਉਹ ਕਿਉਂ? ਸਤਿਗੁਰੂ ਕਹਿੰਦੇ ਨੇ ਉਹਨਾਂ ਨੇ ਮਿੱਥੀਆਂ ਹੋਈਆਂ ਚੀਜ਼ਾਂ ਬਣਾਈਆਂ ਨੇ। ਮੰਨ ਲਓ ਕੋਈ ਪੈਸੇ ਤੇ ਕਬਜ਼ਾ ਕਰੇ, ਨਕਲੀ ਖੇਡ ਹੈ ਨਾ। ਸਤਿਗੁਰੂ ਕਹਿੰਦੇ ਨੇ ਉਹ ਨਕਲੀ ਰਾਸ ਅਸਲੀ ਰਾਸ ਦੇਖੋ। ਸਗਲੀ ਧਰਤੀ ਮਾਲ ਤਨ, ਜਿੰਨੀ ਧਰਤੀ ਦੇ ਵਿੱਚ ਖਜ਼ਾਨਾ ਪਿਆ ਹੈ, ਕਿਤੇ ਸੋਨੇ ਦੀਆਂ ਖਾਨਾਂ, ਕਿਤੇ ਕੋਲੇ ਦੀਆਂ ਖਾਨਾਂ, ਕਿਤੇ ਤਾਂਬੇ ਦੀਆਂ ਖਾਨਾਂ, ਕਿਤੇ ਲੋਹੇ ਦੀਆਂ ਖਾਨਾਂ, ਕਿਤੇ ਅੱਜ ਧਰਤੀ ਤੇ ਤੇਲ ਪਿਆ ਹੈ। ਵਰਤਨ ਸਰਬ ਜੰਜਾਲ, ਜਿੰਨੀ ਵੀ ਲੜਾਈ ਧਰਤੀ ਦੇ ਸਟੇਜ ਤੇ ਹੋ ਰਹੀ ਹੈ, ਰੱਬਾ ਤੇਰੀ ਬਣਾਈ ਹੋਈ ਇਸ ਰਚਨਾ ਵਿੱਚ ਹੋ ਰਹੀ ਹੈ। ਮੇਰੀ ਬੇਨਤੀ ਸਮਝੇ ਨਾ ਜੀ। ਮੰਨ ਲਓ ਇੱਕ ਸਟੇਜ ਉੱਤੇ ਸਮਾਨ ਪਿਆ, ਲੜਾਈ ਹੋ ਰਹੀ, ਇੱਕ ਬੋਲ ਰਿਹਾ, ਕੋਈ ਕੁਛ ਕਹਿ ਰਿਹਾ। ਸਤਿਗੁਰੂ ਕਹਿੰਦੇ ਨੇ ਧਰਤੀ ਤੇ ਪਿਆ ਹੋਇਆ ਸਮਾਨ ਇਹ ਰੱਬ ਦੀ ਸਟੇਜ ਏ। ਤੇਲ ਦੀ ਖਾਤਰ ਇਹਨੇ ਬੰਦੇ ਮਰ ਰਹੇ ਨੇ, ਸੋਨੇ ਦੀਆਂ ਖਾਨਾਂ ਦੀ ਖਾਤਰ ਮਰ ਰਹੇ ਨੇ, ਕੋਲੇ ਦੇ ਨਾਂ ਤੇ ਲੋਕ ਮਰ ਰਹੇ ਨੇ, ਅੰਨ ਦੀ ਖਾਤਰ ਮਰ ਰਹੇ ਨੇ, ਪਾਣੀ ਦੀ ਖਾਤਰ ਮਰ ਰਹੇ ਨੇ। ਕਹਿੰਦੇ ਨੇ ਵਾਹ ਉਹ ਰਾਸ ਰਚਨ ਵਾਲਿਆ, ਇਹ ਤਾਂ ਸੱਚੀ ਮੁੱਚੀ ਰਾਸ ਨਹੀਂ ਪਾਉਂਦੇ, ਇਹ ਝੂਠੀ ਮੁੱਠੀ ਮਰ ਕੇ ਬਾਹਰ ਨਿਕਲ ਜਾਂਦੇ ਨੇ, ਪਿੱਛੋਂ ਠੀਕ ਹੋ ਜਾਂਦੇ ਨੇ। ਅੱਜ ਤੇੜੀ ਰਚੀ ਰਾਸ ਇੱਥੇ ਤਾਂ ਕਈਆਂ ਦੇ ਸਿਰ ਲੈ ਜਾਂਦੇ ਨੇ। ਵਰਤਨ ਸਰਬ ਜੰਜਾਲ, ਮੈਂ ਤਾਰਤ ਕਰ ਰਿਹਾ। ਵਰਤਨ ਇਹ ਸ੍ਰਿਸ਼ਟੀ ਤੇ ਵਰਤਦੇ ਪਏ ਨੇ ਲੋਕ, ਜੰਜਾਲਾਂ 'ਚ ਪਏ ਨੇ ਮਾਲ ਧਨ ਦੀ ਖਾਤਰ। ਸਗਲੀ ਧਰਤੀ ਮਾਲ ਧਨ, ਧਰਤੀ ਦਾ ਜਿੰਨਾ ਵੀ ਧਨ ਨੇ, ਦ੍ਰਿਸ਼ਟ ਔਰ ਅੰਦ੍ਰਿਸ਼ਟ, ਜਿਹੜਾ ਦਿਸ ਰਿਹਾ ਜਿਹੜਾ ਨਹੀਂ ਦਿਸਦਾ। ਸਗਲੀ ਧਰਤੀ ਮਾਲ ਧਨ ਵਰਤਨ, ਇਹ ਲੋਕ ਵਰਤਦੇ ਪਏ ਨੇ। ਵਰਤਨ ਦਾ ਅਰਥ ਵਰਤ ਰਹੇ ਨੇ, ਪਰ ਕਹਿੰਦੇ ਨੇ ਵਰਤਨ ਨੇ ਵੀ ਬਖੇੜਾ ਖੜਾ ਕਰ ਦਿੱਤਾ। ਵਰਤਨ ਸਰਬ ਜੰਜਾਲ, ਇਹ ਜੰਜਾਲਾਂ 'ਚ ਪਏ ਨੇ। ਸਤਿਗੁਰੂ ਕਿਰਪਾ ਕਰਕੇ ਦੱਸੋ ਜਿਹੜੇ ਇੰਨੀਆਂ ਸਦੀਆਂ ਦੇ ਰਾਸ ਪਾਉਂਦੇ ਪਏ ਨੇ। ਸਤਿਗੁਰੂ ਕਹਿੰਦੇ ਸੱਚ ਏਵੇ ਨਾਨਕ ਮੁਸੈ, ਮੁਸੈ ਦਾ ਅਰਥ ਠੱਗੇ ਗਏ ਨੇ। ਬੜੀ ਕੀਮਤੀ ਜ਼ਿੰਦਗੀ ਮਿਲੀ, ਇਸ ਰਾਸ ਵਿੱਚ ਵੀ ਠੱਗੇ ਗਏ। ਵਰਤਨ ਸਰਬ ਜੰਜਾਲ 'ਚ ਠੱਗੇ ਗਏ। ਨਾਨਕ ਮੁਸੈ ਗਿਆਨ ਵਿਖੂਣੀ, ਅੰਦਰ ਗਿਆਨ ਕੋਈ ਨਹੀਂ, ਰੂਹਾਨੀਅਤ ਦੀ ਸਮਝ ਕੋਈ ਨਹੀਂ। ਨਾਨਕ ਮੁਸੈ ਗਿਆਨ ਵਿਖੂਣੀ, ਗਿਆਨ ਵਿਖੂਣੀ ਦਰ ਤੇ ਗਿਆਨ ਤੋਂ ਵਿਰਵੀ, ਗਿਆਨ ਤੋਂ ਸਖਣੀ, ਗਿਆਨ ਦੀ ਅਣਹੋਂਦ। ਕਿਉਂਕਿ ਅਸੀਂ ਆਸਾ ਦੀਵਾਰ ਦੇ ਅੱਖਰੀ ਅਰਥਾਂ ਨੂੰ ਜ਼ਰੂਰ ਧਿਆਨ ਦੇਣ। ਠੱਗੀ ਗਈ ਦੁਨੀਆ ਗਿਆਨ ਤੋਂ ਵਿਖੂਣੀ। ਤੇ ਮਹਾਰਾਜ ਫਿਰ ਕੀ ਹੋਵੇਗਾ? ਕਹਿਣ ਲੱਗੇ ਹੋਵੇਗਾ ਇਹ ਕਿ ਖਾਏ ਗਿਆ ਜਮਕਾਲ, ਮੌਤ ਖਾ ਗਈ ਇਹਨਾਂ ਨੂੰ। ਗਿਆਨ ਕੋਈ ਨਹੀਂ ਸੀ। ਕੱਲ ਜਦੋਂ ਅਸੀਂ ਪੜ੍ਹ ਰਹੇ ਸਾਂ, ਤੁਸੀਂ ਧਿਆਨ ਦਿਓ ਜੀ, ਮੈਂ ਅਗਲਾ ਸ਼ਲੋਕ ਨਾਲ ਹੀ ਸ਼ੁਰੂ ਕਰਨਾ, ਕਿਉਂਕਿ ਉਸ ਸ਼ਲੋਕ ਵਿੱਚ 3-4 ਪ੍ਰਕਰਨ। ਕੱਲ ਜਦੋਂ ਅਸੀਂ ਸ਼ਲੋਕ ਪੜ੍ਹ ਰਹੇ ਸਾਂ, ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਇੱਥੇ ਵੀ ਸਤਿਗੁਰੂ ਨੇ ਫਿਰ ਗਿਆਨ ਦੀ ਗੱਲ ਕੀਤੀ। ਨਾਨਕ ਮੁਸੈ ਗਿਆਨ ਵਿਖੂਣੀ, ਖਾਏ ਗਿਆ ਜਮਕਾਲ, ਗਿਆਨ ਕੋਈ ਨਹੀਂ। ਅੱਗੇ ਮਹਾਰਾਜ ਕਹਿੰਦੇ ਨੇ ਆਓ ਪਖੰਡੀਆਂ ਦੀ ਰਾਸ ਤੁਹਾਨੂੰ ਦੱਸਾਂ। ਹੁਣ ਗਿਆਨ ਕੀ ਚੀਜ਼ ਹੈ? ਥੋੜ੍ਹਾ ਜਿਹਾ ਇੱਥੇ ਮੈਂ ਬੇਨਤੀ ਕਰਦੇ ਹਾਂ। ਗਿਆਨ ਦੇ ਅੱਖਰੀ ਅਰਥ ਨੇ ਸਮਝ।
ਗਿਆਨ ਦੇ ਆਖਰੀ ਅਰਥ ਨੇ ਸੂਝ। ਯਾਦ ਰੱਖਿਓ, ਜਿਹਨੂੰ ਅਸੀਂ ਗਿਆਨ ਦੇ ਅਰਥ 'ਚ ਲੈ ਰਹੇ ਹਾਂ, ਇਹ ਨੌਲੇਜ ਹੈ। ਨੌਲੇਜ ਵਿੱਚ ਤੇ ਗਿਆਨ 'ਚ ਬੜਾ ਫਰਕ ਹੈ। ਫਿਰ ਬੇਨਤੀ, ਅਸੀਂ ਬਾਣੀ 'ਚੋਂ ਪ੍ਰਮਾਣ ਲਾਂਗੇ, ਬਾਹਰੋਂ ਕੁਛ ਨਹੀਂ। ਇੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ ਨੌਲੇਜ ਹੈ। ਨਾਮ ਕੀ ਹੁੰਦਾ? ਨੌਲੇਜ ਹੈ। ਆਤਮਾ ਕੀ ਹੈ? ਨੌਲੇਜ ਹੈ। ਪਰ ਗਿਆਨ ਦਾ ਤਾਂ ਅਰਥ ਜਿੱਦਣ ਆਪੇ ਦੀ ਸਮਝ ਪੈ ਜਾਏ। ਗਿਆਨ ਦਾ ਅਰਥ ਨੌਲੇਜ ਨਹੀਂ ਕਰਨਾ। ਨੌਲੇਜ ਦਾ ਸੰਬੰਧ ਸਾਡੇ ਬੌਧਿਕ ਤਲ ਨਾਲ ਹੈ, ਤੇ ਰੂਹਾਨੀਅਤ ਦਾ, ਸਪਿਰਿਚੁਅਲਿਟੀ ਦੇ ਗਿਆਨ ਦਾ ਸੰਬੰਧ ਸਾਡੀ ਆਤਮਾ ਨਾਲ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ 'ਚ ਦਰਸ਼ਨ ਕਰੀਏ ਆਪਾਂ ਕਿ ਗਿਆਨ ਤੋਂ ਵਿਖੂਣੇ ਨੌਲੇਜ ਵਾਲੇ ਨੇ, ਪਰ ਗਿਆਨ ਨਹੀਂ। ਸਤਿਗੁਰੂ ਦੀ ਬਾਣੀ 'ਚੋਂ ਆਓ ਇੱਕ ਦੋ ਪ੍ਰਮਾਣ ਲੈ ਲਈਏ। ਮੈਂ ਤੁਹਾਨੂੰ 3-4 ਸ਼ਬਦ ਸੁਣਾਉਣੇ ਚਾਹੁੰਦਾ। ਕਬੀਰ ਸਾਹਿਬ ਦੇ 2 ਸ਼ਬਦ ਜੀ। ਇੱਕ ਸ਼ਬਦ ਹੈ, ਤੂੰ ਬਾਮਨ ਮੈਂ ਕਾਸੀਕ ਜੁਲਹਾ। ਤੂੰ ਵਿਦਵਾਨ ਪੰਡਿਤ ਗਿਆਨੀ ਹੈ, ਪਰ ਮੈਂ ਕਾਂਸ਼ੀ ਦਾ ਜੁਲਾਹਿਆਂ ਦਾ ਬੱਚਾ ਜੁਲਾਹਾ ਮੈਂ। ਤੂੰ ਬਾਮਨ ਮੈਂ ਕਾਸੀਕ ਜੁਲਹਾ, ਬੂਝੋ ਮੋਰ ਗਿਆਨਾ। ਆ ਮੈਂ ਤੈਨੂੰ ਆਪਣੇ ਗਿਆਨ ਦੀ ਗੱਲ ਸਮਝਾਵਾਂ। ਦੇਖੋ, ਧਿਆਨ ਨਾਲ ਸੁਣਿਓ। ਸਮਝਾਉਂਦੇ ਉਹਨੂੰ ਪਏ ਨੇ ਜਿਹੜਾ ਗਿਆਨੀ ਖੁਦ। ਤੂੰ ਬਾਮਨ ਮੈਂ ਕਾਸੀਕ ਜੁਲਹਾ, ਬੂਝੋ ਮੋਰ ਗਿਆਨਾ। ਆ ਮੈਂ ਤੈਨੂੰ ਆਪਣੇ ਗਿਆਨ ਦੀ ਗੱਲ ਦੱਸਾਂ। ਉਹਨਾਂ ਕਿਹਾ, ਦੱਸੋ ਕਿਹੜੇ ਗਿਆਨ ਦੀ ਗੱਲ? ਕਹਿੰਦੇ, ਮੇਰੇ ਕੋਲ ਵੇਦ। ਉਹ ਕਹਿੰਦਾ, ਮੇਰੇ ਕੋਲ ਵੇਦ, ਮੇਰੇ ਕੋਲ ਸਿਮਰਤੀਆਂ, ਮੇਰੇ ਕੋਲ ਇੰਨੀ ਨੌਲੇਜ। ਉਹਨਾਂ ਕਿਹਾ, ਤੇਰੇ ਕੋਲ ਨੌਲੇਜ, ਮੇਰੇ ਕੋਲ ਰਾਮ, ਮੇਰੇ ਕੋਲ ਪਰਮਾਤਮਾ। ਕਹਿੰਦੇ, ਕੀ ਗਿਆਨ ਦੱਸੋਗੇ? ਕਬੀਰ ਸਾਹਿਬ ਕਹਿੰਦੇ, ਤੂੰ ਇੰਨਾ ਪੜ੍ਹ ਕੇ ਵੀ ਰਾਜਿਆਂ ਦੇ ਦਰ ਤੇ ਚੁੱਕ ਚੁੱਕ ਕੇ ਉਹਨਾਂ ਦੀਆਂ ਸਿਫਤਾਂ ਕਰ ਕਰਕੇ ਢਿੱਡ ਦੀ ਖਾਤਰ ਤੂੰ ਤਰਲੇ ਲੈ ਰਿਹਾ। ਮੈਂ ਚੇਤੇ ਰੱਖੀ, ਕੋਈ ਗ੍ਰੰਥ ਨਹੀਂ ਪੜ੍ਹਿਆ, ਪਰ ਮੇਰਾ ਗਿਆਨ ਇੰਨਾ ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹੁਣ ਸੁਣੋ, ਇਹਨੂੰ ਬਰੀਕੀ ਨਾਲ ਦੇਖੋ। ਨੌਲੇਜ ਤੇ ਜੀਵਨ। ਕਬੀਰ ਸਾਹਿਬ ਦੇ ਬੋਲ ਨੇ, ਤੂੰ ਬਾਮਨ ਮੈਂ ਕਸੀਕ ਜੁਲਹਾ, ਬੂਝੋ ਮੋਰ ਗਿਆਨਾ। ਤੁਮ ਤੋ ਜਾਚੇ ਭੂਪਤ ਰਾਜੇ, ਖਾਰਸ਼ੋਂ ਮੋਰ ਧਿਆਨਾ। ਤੂੰ ਰਾਜਿਆਂ ਤੋਂ ਮੰਗਣਾ ਪੜ੍ਹ ਕੇ, ਪਰ ਮੈਂ ਤਾਂ ਕਦੀ ਮੰਗਣ ਨਹੀਂ ਗਿਆ। ਰਬ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਕਹਿ, ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਤੁਸੀਂ ਪੜ੍ਹੇ ਲਿਖੇ ਹੋ, ਨੌਲੇਜ ਇਕੱਠੀ ਕਰੀਏ, ਪਰ ਅਨੁਭਵ ਤੋਂ ਵਿਖੂਣੀ, ਸ਼ਰਧਾ ਤੋਂ ਵਿਖੂਣੀ ਨੌਲੇਜ ਵੀ ਇਸ ਤਰ੍ਹਾਂ ਜਿਵੇਂ ਬੱਚੇ ਦੇ ਹੱਥ ਵਿੱਚ ਪਕੜਾਈ ਹੋਈ ਪਿਸਤੌਲ ਹੈ, ਪਤਾ ਨਹੀਂ ਕਿੱਥੇ ਫੈਰ ਕਰਦਾ। ਅੱਜ ਸਾਡੇ ਜੋ ਕੁਝ ਵੀ ਪਵਾੜਿਆਂ ਦਾ ਕਾਰਨ ਹੈ, ਖਿਮਾ ਕਰ ਦਿਓ, ਸਾਡੇ ਬਚਕਨੇ ਹੱਥ ਵਿੱਚ ਆਇਆ ਹੋਇਆ ਸ਼ਬਦ ਹੈ। ਰਿਵਾਲਵਰ ਦੇ ਵਿੱਚ ਤਾਕਤ ਬੜੀ ਹੈ, ਪਰ ਜਿਹਦੇ ਹੱਥ 'ਚ ਪਕੜਾਇਆ ਉਹਨੂੰ ਸਮਝ ਕੋਈ ਨਹੀਂ। ਨਾ ਸਮਝ ਦੇ ਹੱਥ ਵਿੱਚ ਗਿਆਨ ਦਾ ਸ਼ਬਦ ਆ ਜਾਏ, ਜੇ ਅੰਦਰ ਅਨੁਭਵ ਨਾ ਹੋਵੇ, ਉਹ ਤਬਾਹੀ ਬਹੁਤ ਕਰ ਜਾਂਦਾ ਹੈ। ਨਾਮਦੇਵ ਜੀ ਦਾ ਇੱਕ ਬੋਲ ਹੈ, ਅੰਮ੍ਰਿਤ। ਹੁਣ ਗਿਆਨ ਤੋਂ ਵਿਖੂਣਾ, ਕਿਉਂਕਿ ਫਿਰ ਮੈਂ ਵਾਰ-ਵਾਰ ਸ਼ਬਦ ਰਿਪੀਟ ਕਰ ਰਿਹਾ, ਤੁਸੀਂ ਇਹ ਨਾ ਕਿਉਂ ਮੈਂ ਕਿਉਂ ਕਹਿ ਰਿਹਾ। ਸੱਚੀ ਗੱਲ, ਮੈਂ ਆਸਾ ਕੀ ਵਾਰ ਦਾ ਟਿਕ ਕੇ ਜਦੋਂ ਪਾਠ ਕਰਨਾ, ਮੇਰਾ ਅੰਦਰ ਕਹਿੰਦਾ ਨਹੀਂ, ਆਸਾ ਕੀ ਵਾਰ ਕ੍ਰਾਂਤੀ ਲਿਆਏਗੀ ਦੁਨੀਆ 'ਚ। ਪਰ ਰੂਟੀਨ 'ਚ ਪੜ੍ਹੀ ਜਾ ਰਹੀ ਹੈ, ਉਹ ਵੀ ਨੌਲੇਜ ਦੇ ਤੌਰ 'ਤੇ ਪੜ੍ਹੀ ਜਾ ਰਹੀ ਹੈ, ਅਨੁਭਵ ਦੇ ਤੌਰ 'ਤੇ ਨਹੀਂ। ਮੈਂ ਪੌੜੀਆਂ ਪੜ੍ਹਦੀਆਂ ਨੇ, ਮੈਨੂੰ ਪੌੜੀਆਂ ਚੇਤੇ ਨੇ। ਤੂੰ ਆਹ ਸ਼ਲੋਕ ਚੁੱਕਣਾ, ਤੈਨੂੰ ਸ਼ਲੋਕ ਚੇਤੇ ਵੇ, ਨੌਲੇਜ ਹੈ ਨਾ। ਨਾਮਦੇਵ ਜੀ ਦਾ ਇੱਕ ਸ਼ਬਦ ਹੈ। ਹੁਣ ਜਦੋਂ ਅਸੀਂ ਕਥਾ ਕਰਨੇ ਆ, ਸ਼ਬਦ ਕਹਿ ਦਿੰਦੇ ਹਾਂ, ਪਰਮਾਤਮਾ ਬਹੁਤ ਦੂਰ ਹੈ, ਤੇ ਦੂਸਰਾ ਕਹਿੰਦਾ ਨਹੀਂ ਨਹੀਂ, ਇਹ ਝੂਠ ਦਲੀਲਾਂ ਦੇਈ ਜਾਂਦੇ ਆ, ਨਹੀਂ ਰੱਬ ਤਾਂ ਬਿਲਕੁਲ ਨੇੜੇ ਵੇ। ਹੁਣ ਨਾਮਦੇਵ ਅਨੁਭਵੀ ਨੇ, ਉਹਨਾਂ ਕੋਲ ਅੰਦਰ ਦਾ ਗਿਆਨ। ਇੱਥੇ ਗੁਰੂ ਸਾਹਿਬ ਕਹਿੰਦੇ ਨੇ, ਗਿਆਨ ਤੋਂ ਵਿਖੂਣੇ ਠੱਗੇ ਗਏ ਨੇ, ਮੁੱਛੇ ਗਿਆਨ ਤੋਂ ਵਿਖੂਣੇ ਖਤਮ, ਸਮਝ ਕੋਈ ਨਹੀਂ। ਹੁਣ ਅਸੀਂ ਬੈਠੇ, ਹਾਲਾਂਕਿ ਜਪਜੀ ਸਾਹਿਬ 'ਚ ਆਉਂਦਾ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਾਰ ਦੂਰ। ਦੇਖੋ, ਜਾਪੈ ਦਿਸੈ ਦੂਰ ਵੀ ਅਨੁਭਵ ਵਿੱਚ ਉਤਰਾਂਗੇ, ਦੂਰ ਵਿੱਚ ਵੀ ਸਮਾਦ ਹੈ। ਅਨੁਭਵ 'ਚ ਉਤਰਾਂਗੇ ਤੇ ਨੇੜੇ ਕਾਂਗੇ, ਉਹਦੇ ਵਿੱਚ ਵੀ ਸਵਾਦ ਹੈ। ਜਦੋਂ ਦੂਰ ਕਾਂਗੇ, ਉਹਦੇ ਸਵਾਦ ਹੈ ਕਿ ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬਹੁਤੇ ਫੇਰ ਭਏ ਕਿਰਪਨ ਕੋ, ਦੂਰੀ ਵਿੱਚ ਵੀ ਸਵਾਦ ਹੈ, ਪਰ ਜੇ ਅਨੁਭਵ ਹੈ ਤੇ ਨੇੜੇ ਵਿੱਚ ਵੀ ਸਵਾਦ ਹੈ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਖੋਏ ਸੁ ਹੋਈ। ਹੁਣ
ਉੱਥੇ ਗੱਲ ਚਰਚਾ ਚੱਲ ਰਹੀ, ਰੱਬ ਨੇੜੇ ਵੇ, ਦੂਜੇ ਨੇ ਖੰਡਨ ਕਰ ਦਿੱਤਾ, ਨਹੀਂ ਉਹ ਨਹੀਂ, ਰੱਬ ਅੱਜ ਪਾਇਆ ਜੇ ਬੜਾ ਦੂਰ। ਨਾਮਦੇਵ ਨੇ ਜਿਹੜਾ ਸ਼ਬਦ ਵਰਤਿਆ, ਮੈਂ ਉਹਦੇ ਸਿੱਧੇ ਪੰਜਾਬੀ 'ਚ ਅਰਥ ਕਰਾਂ ਤੇ ਓਪਰੇ ਜੇ ਲੱਗਣਗੇ। ਕਥਾ ਕਰਨ ਵਾਲੇ ਨੂੰ ਕਹਿ ਦੇਣਾ ਬਕਵਾਸ ਕਰਨਾ, ਚੁੱਪ ਕਰ, ਮਾਈਕ ਬੰਦ ਕਰ। ਨੌਲੇਜ ਵਾਲੇ ਨੂੰ ਅਨਪੜ੍ਹ ਵਾਲਾ ਕਹਿ ਰਿਹਾ ਬਕਵਾਸ ਕਰ ਰਿਹਾ ਤੂੰ। ਗੱਲ ਉਹ ਰੱਬ ਦੀ ਕਰ ਰਹੇ, ਝੂਠੀ ਗੱਲ ਕੋਈ ਨਹੀਂ ਕਰ ਰਹੇ। ਹੁਣ ਉਹ ਸ਼ਬਦ ਤੁਸੀਂ ਗਿਆਨ ਤੇ ਨੌਲੇਜ ਦੀ ਤੁਲਨਾ ਉਸ ਸ਼ਬਦ 'ਚ, ਉਹ ਸ਼ਬਦ ਕਹੇ ਕਿ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਨੌਲੇਜ ਦੇ ਤੌਰ ਤੇ ਅੰਦਰ ਦਾ ਗਿਆਨ ਨਹੀਂ ਠੱਗੇਗਾ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਲ ਕੀ ਮਾਛਲੀ ਚਣਾ ਖਜੂਰ। ਪਾਣੀ ਦੀ ਮੱਛੀ ਖਜੂਰ ਤੇ ਲੋਕਾਂ ਚੜਾ ਦਿੱਤੀ। ਜਿਸ ਬੰਦੇ ਨੂੰ ਮੱਛੀ ਦੇ ਬਾਰੇ ਕੋਈ ਗਿਆਨ ਨਹੀਂ, ਉਹਨੂੰ ਕਹਿ ਦਿਓ ਨਾ ਜੀ ਆ ਸੱਚੀ ਮੁੱਚੀ ਜੇ ਮੈਨੂੰ ਬਖਸ਼ ਦਿਆ ਜੇ, ਪਖੰਡੀ ਸਾਰੇ ਲੋਕਾਂ ਦੀਆਂ ਮੱਛੀਆਂ ਖਜੂਰ ਤੇ ਚੜਾਈ ਬੈਠੇ। ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਰੱਬ ਦਾ ਨਾਂ ਕੀ, ਸੁਹਾਨੀਅਤ ਕੀ। ਮੈਂ ਕਈ ਵਾਰੀ ਕਹਿੰਦਾ ਵਾਹ ਰੱਬਾ ਤੇਰੀ ਖੇਡ ਕੈਸੀ ਹੈ, ਤੂੰ ਕਿੰਨਾ ਕੁ ਬੇਅੰਤ ਹੈ। ਜਿਹੜੇ ਸੱਚੀ ਮੁੱਚੀ ਤੈਨੂੰ ਪਿਆਰ ਕਰਦੇ ਨੇ ਉਹਨਾਂ ਦੀ ਵੀ ਜੈ ਜੈਕਾਰ ਕਰਾਈ ਜਾਣਾ, ਜਿਹੜੇ ਤੇਰੇ ਨਾਂ ਦੇ ਥੱਲੇ ਠੱਗੀਆਂ ਮਾਰਦੇ ਨੇ ਜੈ ਜੈਕਾਰ ਉਹਨਾਂ ਦੀ ਵੀ ਕਰਾਈ ਜਾਣਾ। ਤੇਰੀ ਇੱਕ ਕੈਸੀ ਖੇਡ। ਆ ਪਿੱਛੇ ਸਾਡੇ ਇੱਕ ਬੜਾ ਮੱਛਰਿਆ, ਮੱਛਰਿਆ ਸ਼ਬਦ ਪੰਜਾਬੀ ਦਾ ਨਾ ਜੀ, ਉਹ ਕਹਿੰਦਾ ਮੈਂ ਰੱਬ ਦਾ ਮੈਸੇਂਜਰ ਹਾਂ ਨਾ। ਉਹ ਫਿਲਮ ਵੀ ਆਈ, ਮੈਂ ਰੱਬ ਦਾ, ਮੈਂ ਕਹਿੰਦਾ ਆ ਸਲੋਕ ਉਹਦੇ ਲਈ ਬਾਬਾ ਜੀ ਨੇ ਕਿਹਾ, ਵਾਹਨ ਚੇਲੇ ਨੱਚਣ ਗੁਰ, ਉਹ ਡਾਂਸ ਕਰ ਰਿਹਾ ਹੈ। ਤੇ ਮੈਂ, ਉਹ ਮੈਨੂੰ ਕਹਿੰਦੇ ਨੇ ਇੱਕ ਦਿਨ ਕਿਹਾ ਕਿਸੇ ਭਾਈ ਸਾਹਿਬ ਵੇਖੋ ਜੀ ਕਲਯੁਗ ਆ ਗਿਆ, ਡਾਂਸ ਕਰ ਰਿਹਾ। ਮੈਂ ਕਿਹਾ ਬਾਬਾ ਜੀ ਆਸਾ ਦੀਵਾਰ 'ਚ ਪਹਿਲੇ ਹੀ ਕਹਿ ਗਏ, ਸਿੱਖੋ ਸੁਚੇਤ ਰਹੋ, ਜਿਹੋ ਜਿਹੇ ਕਮਲੇ ਬੜੇ ਪੈਦਾ ਹੋਣੇ ਜੇ ਜਿਹੜੇ ਰੱਬ ਦੇ ਨਾਂ ਥੱਲੇ ਡਾਂਸ ਕਰਿਆ ਕਰਨਗੇ। ਚੇਲੇ ਉਹਦੇ ਵੀ ਕਹਿੰਦੇ ਨੇ ਯਾ ਗੁਰੂ, ਉੱਚੀ ਖਲੋਤੇ। ਇਹ ਸਭ ਕੁਝ ਗੁਰਬਾਣੀ 'ਚ ਲਿਖਿਆ ਹੋਇਆ। ਫਿਰ ਮੈਂ ਬੇਨਤੀ ਕਰਾਂ, ਉਹਨਾਂ ਨੇ ਸ਼ਬਦ ਵਰਤੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਲ ਕੀ ਮਾਛਲੀ, ਸਮੁੰਦਰ 'ਚੋਂ ਨਿਕਲੀ ਮੱਛੀ ਲੋਕਾਂ ਨੂੰ ਕਹਿ ਦਿੱਤਾ ਅੱਜ ਤੇ ਖਜੂਰ ਤੇ ਗਾਪੀ ਹੈ ਨਾ, ਜਿਹਨੂੰ ਵਿਚਾਰੇ ਨੂੰ ਪਤਾ ਨਹੀਂ, ਉਹਨੇ ਵਾਹਿਗੁਰੂ ਵਾਹਿਗੁਰੂ ਕਹੀ ਜਾਣਾ। ਜੋਗੀ ਸਾਹਿਬ ਇਹ ਗੱਲ ਬੜੀ ਸੋਹਣੀ ਕਹਿੰਦੇ, ਉਹ ਗੱਲਾਂ ਦੇ ਸਿੱਧੀਆਂ ਕਰਦਾ ਸੀ। ਲੋਕੀ ਉਹ ਕਹਿੰਦੇ ਇੱਕ ਦਿਨ ਗਏ, ਕਹਿੰਦੇ ਨੇ ਵੀ ਪਹਿਲੀ ਗੱਲ ਤੇ ਜਿਹੜੇ ਪਖੰਡੀ ਗੁਰੂ ਨੇ ਨਾ, ਉਹਨਾਂ ਦੇ ਚੇਲੇ ਇੰਨੇ ਕਮਾਲ ਦੇ, ਉਹ ਸੇਲਜ਼ਮੈਨ ਨੇ, ਕਮਾਲ ਕਰ ਦਿੰਦੇ। ਰਾਹ 'ਚ ਕਹਿੰਦੇ ਨੇ ਜੇ ਬਾਬੇ ਨੇ ਇਸ ਤਰ੍ਹਾਂ ਹੱਥ ਕੀਤਾ ਸਮਝੀ ਆਹ ਹੋ ਜਾਣਾ, ਜੇ ਉਹਨੇ ਵਾਸੀ ਲੈ ਲਈ ਆਹ ਹੋ ਜਾਣਾ, ਜੇ ਆਹ ਹੋ ਗਿਆ ਆਹ ਹੋ ਜਾਣਾ। ਉਹ ਕਹਿੰਦੇ ਨੇ ਵੀ ਇਹ ਕਹੀ ਜਾਂਦੇ ਨੇ ਜੇ ਤੂੰ ਉੱਥੇ ਤੁਰ ਗਿਆ ਆਹ ਹੋ ਗਿਆ, ਤੇਰਾ ਘਰ ਆਉਂਦਿਆਂ ਤੱਕ ਧਨ ਨਾਲ ਭਰ ਜਾਣਾ। ਕਹਿੰਦੇ ਨੇ ਉਹ ਵਿਚਾਰਾ ਬਾਬੇ ਦੇ ਹੱਥ ਪੈਰ ਵੇਂਦਾ ਵੀ ਐਕਸ਼ਨ ਕਿਹੜਾ ਕਰੇਗਾ, ਪਿੱਛੋਂ ਚੋਰ ਜਿਹੜੇ 4 ਟਕੇ ਇਕੱਠੇ ਸੀ ਉਹ ਵੀ ਲੁੱਟ ਕੇ ਲੈ ਗਏ। ਇਹ ਸਾਡਾ ਗਿਆਨ ਜੇ। ਮੈਂ ਬੇਨਤੀ ਕਰ ਲੱਗਾ, ਮੱਛੀਆਂ ਖਜੂਰ ਤੇ ਲੋਕੀ ਚਾੜੇ ਬੈਠੇ ਨੇ, ਗਿਆਨ ਵੀ ਕੋਨੇ ਨੇ। ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ। ਜਲ ਕੀ ਮਾਛਲੀ ਚਨਾ ਖਜੂਰ। ਕਾਏ ਰੇ ਬਕਬਾਦ ਲਾਇਓ। ਹੁਣ ਇਹ ਬਕਵਾਦ ਲਾਇਓ ਸ਼ਬਦ ਤੁਸੀਂ ਸਮਝ ਗਏ ਨਾ, ਫਜ਼ੂਲ ਬੋਲਣਾ, ਬਕਵਾਸ ਕਰਨਾ, ਝੂਠ ਬੋਲਣਾ। ਕਹਿੰਦੇ ਨੇ ਗਿਆਨ ਕੋਈ ਨਹੀਂ। ਉਹਨਾਂ ਕਿਹਾ ਗ੍ਰੰਥ ਖੋਲੀ ਬੈਠੇ। ਉਹ ਕਹਿੰਦੇ ਨੇ ਜਿਹੜੇ ਗ੍ਰੰਥ 'ਚ ਤੁਸੀਂ ਪੜ੍ਹਦੇ ਪਏ ਹੋ, ਤੁਸੀਂ ਉਸ ਦੀਆਂ ਗੱਲਾਂ ਦੀ ਕਥਾ ਕਰ ਦਿਓ, ਮੈਂ ਉਹਦੇ ਨਾਲ ਰੋਜ਼ ਗੱਲਾਂ ਕਰਨਾ ਵਾ। ਫਰਕ ਹੈ ਨਾ ਜੀ। ਨੌਲੇਜ ਉਹਦੀਆਂ ਗੱਲਾਂ ਹੈ ਤੇ ਅਨੁਭਵ ਉਹਦੇ ਨਾਲ ਗੱਲਾਂ ਹੈ। ਕਾਇਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਪੰਡਿਤ ਹੋਏ ਕੈ ਵੇਦ ਬਖਾਨੈ, ਪਰ ਗਿਆਨ ਤੋਂ ਵੀ ਗੁਣ ਹੈ। ਪੰਡਿਤ ਹੋਏ ਕੈ ਵੇਦ ਬਖਾਨੈ, ਮੂਰਖ ਨਾਮ ਦਿਓ ਰਾਮੈ ਜਾਣੈ। ਮੈਂ ਜਾਣਨਾ ਉਹਨੂੰ ਜਿਹਦੀਆਂ ਤੂੰ ਗੱਲਾਂ ਕਰ ਰਿਹਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਾਪਤੀ ਕਰ ਲਗਾ, ਮਿੰਟ ਸਿਰਫ 4 ਨੇ, ਪਰ ਚੇਤੇ ਰੱਖਿਓ ਲੜੀ ਇਹ ਸ਼ੁਰੂ ਰਹੇਗੀ। ਗੋਪਾਲ ਵਿੱਚ ਇੱਕ, ਬੰਗਾਲ 'ਚ ਇੱਕ ਬਹੁਤ ਮੰਨੀ ਪ੍ਰਵੰਨੀ ਹਸਤੀ ਹੋਏ ਨੇ, ਸਵਾਮੀ ਗੁਰੰਗ ਗੋਸਾਈ। ਸ਼ਾਇਦ ਇੱਥੇ ਜ਼ਿਕਰ ਕਦੀ ਕੀਤਾ ਹੋਵੇ, ਪਰ ਖੁੱਲੇ ਦਿਲ ਨਾਲ ਸੁਣ ਲਿਓ। ਗੁਰੰਗ ਗੋਸਾਈ ਸੁਣ ਕੇ ਅੰਦਰੋਂ ਵੰਚਿਤ ਨਾ ਹੋਇਓ। ਉਹ ਵਿਦਵਾਨ ਬੜੇ ਸਨ ਜੀ। ਚੜ੍ਹਦੀ ਜਵਾਨੀ ਜਦੋਂ ਉਹਨਾਂ ਕਥਾ ਸ਼ੁਰੂ ਕੀਤੀ ਨਾ, ਬਸ ਕਮਾਲ ਕਰ ਦਿੱਤੀ। ਉਹਦੀ ਦਲੀਲ ਦਾ ਕੋਈ ਉੱਤਰ ਨਹੀਂ ਸੀ। 4 ਵੇਦ ਨੂੰ ਚੇਤੇ, ਕੰਠਸਥ ਸ਼ਾਸਤਰ ਚੇਤੇ, ਸਿਮਰਤੀਆਂ ਚੇਤੇ, ਉਪਨਿਸ਼ਦ ਚੇਤੇ, ਜੋ ਗੂੜ ਗ੍ਰੰਥ ਸਨ ਸਭ ਚੇਤੇ। ਜਦੋਂ ਕਥਾ ਕਰਨੀ, ਪਿਛਲਿਆਂ ਨੇ ਫਿਰ ਜਿੰਦਾਬਾਦ ਵਾਲਿਆਂ ਨੇ ਕਿਹਾ ਵੀ ਇੱਕ ਕੰਮ ਕਰ, ਆਪਾਂ ਚਰਚਾ ਕਰਿਆ ਕਰੀਏ। ਉਦੋਂ ਚਰਚਾ ਹੁੰਦੀ ਸੀ ਜੀ, ਚਰਚਾ ਨਹੀਂ ਸੀ ਇੱਕ ਦੂਜੇ ਦੀ ਪੱਗ ਲਾਣੀ, ਬੇਇੱਜ਼ਤੀ ਕਰਨੀ, ਸਮਝ ਲਓ। ਉਹਨਾਂ ਕਿਹਾ ਤੇਰੀ ਉਮਰ ਥੋੜ੍ਹੀ, ਵੱਡੇ ਵੱਡੇ ਪੰਡਿਤ ਬੈਠੇ ਨੇ, ਤੂੰ ਚਰਚਾ ਸ਼ੁਰੂ ਕਰ। ਉਹਨੇ ਕਿਹਾ ਗੱਲ ਤਾਂ ਠੀਕ ਹੈ। ਗੁਰੰਗ ਗੋਸਾਈ ਨੇ ਚਰਚਾ ਸ਼ੁਰੂ ਕੀਤੀ ਜੀ, ਲੋਕਾਂ ਨੂੰ ਹੈਰਾਨ ਲੱਗ ਪਿਆ। ਵਾਹਿਗੁਰੂ ਅੱਗੇ ਅਰਦਾਸ ਕਰੋ, ਨੌਲੇਜ ਹੋਵੇ ਤੇ ਨਾਲ ਨਿਮਰਤਾ ਆ ਜਾਏ।
उस निमरता चो ज्ञान आत्म ज्ञान बन जाए। वो चर्चा कर लग पिया, जितन लग पिया, लोगों को जय जयकार हो गई। बंगाल के नेड़े गंगा तुहानूं पता वगदी है। एक दिन वो गंगा पार चर्चा करन जा रहा सी बहुत वड्डे पंडित नाल। वो तेजी नाल दौड़ के बेड़ी च असवार होया। बेड़ी का पूर सारा भरिया होया सी लोकां नाल। गुरंग गोसाई उन्होंने थां ना मिली बहन नूं। उन्हें देखिया मलाह वाले पासे एक भगवे कपड़िया च बंदा बैठा जी। उन्हें कहा चलो ये धर्म नाल रिलेटेड है, ये मेरे बारे तो जानते ही होगा मैं कौन। ਉਹਦੇ ਕੋਲ चला गया। मैं गल संखेप करा। ਉਹਦੇ ਮੋਢਿਆਂ ਨੂੰ ਹਿਲਾਇਆ। ਉਹ ਬਜ਼ੁਰਗ ਨੇ ਨਾ ਜੀ ਆਪਣੀਆਂ ਅੱਖਾਂ ਚੁੱਕੀਆਂ, पर ਉਹਦੇ ਚਿਹਰੇ ਤੇ ਸ਼ਾਂਤੀ ਸੀ। मोढे तो पकड़ के कहता है आपको पता नहीं, आप जानते नहीं मैं कौन हूं। उन्हें एको गल की, बेटा अभी तो यही नहीं मालूम कि मैं कौन हूं। अपने जानन तो वेल मिले तो मैं तेनू जाना। जिन्हों गुरु कहता मन तू जोत स्वरूप है अपना मूल पछाण। बेटा अभी तो ये मालूम नहीं मैं कौन हूं। उन्होंने अहंकार नूं सट वजी भी, इन्हूं पता नहीं मैं कौन। कहता बाबा मैं गुरंग गोसाई, शास्त्र की विधि मुताबिक मुझको बैठने के लिए स्थान दो, क्योंकि मैं विद्वान हाँ। तू विद्वान नहीं, उठ तू था मैनू दे, शास्त्र कहता। उन्हें अखा भर के कहा अच्छा अरे ओ तू वो ही मूर्ख है। गुरंग गोसाई वो मूर्ख, वो अज्ञानी। इन्ने देर नूं बेड़ी चल पई, सच्ची घटना। उतड़ बुठिया नूं अग लग गई। कहता मैं अज्ञानी, मैं मूर्ख। कहता अरे 4 वेद तो कटसंत याद हैं, पर तुझको 2.5 अखर तो याद नहीं। वो कहता 2.5 अखर? कहता राम याद है तेनू, राम चेते वे। ਉਹਦੇ ਖਾਨਿਓਂ निकल गए। ਉਹਨੇ शब्द कमाई वाले ने कहा मूर्खा अखरां दी पंडा चुकी फिरना, नॉलेज इकट्ठी करी बैठा, जिदे बारे होका देना ਉਹਦੇ बारे तेन कुछ नहीं पता। ਇਹਨੂੰ भाई वीर सिंह ने लिखिया किछ जानिया आख्या जान लिता, कुछ नाम भी अपना बना लिता। असी भी तो कहने फलाने ज्ञानी का बड़ी मार्केट है। तो मैं कई बार कहना मार्केट ना बनाइए धर्म नूं, जदों क्रैश हुंदी है तो लोग आत्म हत्या भी कर जाते। ये मार्केट नहीं, ਉਹਦੀ बख्शिश न लै जी। भाई साहब कहते कुछ जानिया आख्या जान लिता, कुछ नाम भी अपना बना लिता। ध्यान उस दे विच ना रती रहा जिहदी कथा करने पे। ध्यान उस दे विच ना रती रहा, आले भुल दे विच टिका दिता। जदों बहस होवे इक्को कथा करनी, उदों ज्ञान दा ढोल वजा दिता। इस ज्ञान नालों अज्ञान चंगा, लगातार जे ध्यान लगा दिता। इस ज्ञान नालों अज्ञान चंगा, लगातार जे ध्यान लगा दिता। उन्हें कहा मूर्खा तेनू तो राम शब्द चेते नहीं होया, की चेते करी बैठा। बेड़ी दूजे किनारे लग गई, प्यारिओ अग ला के चला गया वो बंदा साधु। ये जित भी गया, लोकां जय जयकार की, पर अंदरों खाई जाए मैं मूर्ख हाँ। इन्हें कथा छड़ दी जी। 12 साल गुरंग गोसाई जंगल च रहा, इक्को शब्द राम जपी गया। सच्ची जैसी वैगुरु कहने फिर भी सर जाता है, चेते करने फिर भुलता है। और राम राम 12 साल उस बंदे ने शब्द कमाया। मैं वो जीवन च पढ़िया 12 साल बाद इन्ना को कलप गया। कहता है 12 साल हो गए मूर्खा, इन्ना को चेते किया राम चेते नहीं। इदू चंगा ते गंगा च डुब के मर जा। फैसला कर लिया सुसाइड, आत्महत्या का। ये अज फिर उस घाट ते पहुँच गया जिथे 12 साल पहला कोई साधु मिलिया सी। मन ने क्या जे नेड़ियों छाल मारेगा लोकी खिंच के बाहर कढ़ देंगे। बेड़ी च चला जा, जदों गहरे समुंदर गहरा पानी आवेगा, गंगा डुब के मर जी, कोई कढ़ेगा तो नहीं। ये बैठ गया जी। अज बेरी फिर भरी सी, थां कोई नहीं मिली। इन्हें देखा कि साधु बैठा है। ये सच्ची घटना जी, वेखो रब की खेड जदों किसी दे अंदर नूं जगाना। मन ने कहा ये वो तो नहीं जिहड़ा 12 साल पहला मिलिया। चला गया, उहदियां अखां अज भी नीवियां सन साधु दियां। 12 साल पहला इन्हें मोढियां तो झंझूण के कहा सी बाबा मैं गुरंग गोसाई। 12 साल बाद ना थले बह गया, उहदे चरण पकड़ के कहंदा है बाबा। उन्हें अखां खोलियां, अखां नहीं बोलिया गुरंग गोसाई। पुछदे ने अरे तू कौन? सुनियो की फर्क पै गया 12 साल च। अरे तू कौन?
चरण पकड़ के रो के कहता बाबा वो महामूर्ख, मैं महामूर्ख महाज्ञानी। कहते अरे तू तो गुरंग गुसाई। कहता नहीं बाबा 12 साल मैं राम चेते किया पर नहीं याद आया, अज मैं डुब के मर लगा। उन्हें सिर ते हथ रख के क्या बेटा अब कभी नहीं भूलेगा। बस 12 साल की कमाई का रंग चढ़ गया। वो बड़े बड़े धर्मात्मा बने, नॉलेज सी पर अनुभव नहीं। गुरु नानक साहब ने पूछे, कहते नानक मुझसे ज्ञान विखोनी खाए गया जमकाल। ज्ञान कोई नहीं, नॉलेज है। नॉलेज का रौला है, नॉलेज तो कुकड़ां की लड़ाई है। मैनू बख्श दिओ, नॉलेज तो कुत्तियां की लड़ाई है। जदों किसी अंदर अनुभव उतरता है, वो अनुभव सब नूं अपने कलावे च लै लैंदा। टाइम 5 मिनट मैं ज़्यादा लिया, अज बख्श दिया जे। सब का धन्नवाद, पर लड़ी चेते रखियो ज्ञान और नॉलेज। पर इस पौड़ी नूं हो सकता मेरे तो इस बारी सिर्फ एको ही पौड़ी होवे। घड़ियां सभे गोपियां, पहर कल गोपाल, गहने पाउण पानी बसंतर, चंद सूरज अवतार, सगली धरती माल तन, वरतन सर्व जंजाल, नानक मुझसे ज्ञान विहूनी खाए गया जमकाल। होइयां भुल्लां बख्श दिया जे प्यारिओ। मैं कई बारी सीधे जे पेंडू लफ्ज वरत लेना वा, लटरेरी शब्द मैं भुल जाना वा।